परमेश्वर नाम की महिमा हो। परमेश्वर के नाम की तारीफ होए। मैं कल का दिन वचन को किधर किधर रोक दिया, उधर से आरंभ करूंगा। कल जिथे असी वचन समाप्त किया सी, अज उथों ही शुरू करांगे। नया लोगों के लिए थोड़ा समझाने के लिए 10 मिनट बोलूंगा। नवे लोगों को दोबारा थोड़ा समझाने के लिए 10 मिनट दसांगा। आप लोग जल्दी आए तो अच्छा, बोले तो लेट ही आ रहा हूँ। तुहानू कहा सी कि जल्दी आओगे तो अच्छा, पर फिर भी तुसी लेट ही आए हो। तो मैं थोड़ा थोड़ा ज्यादा टाइम लेऊंगा। इस करके मैं थोड़ा ज़्यादा समा लवांगा। परमेश्वर नाम की महिमा हो। परमेश्वर के नाम की तारीफ होए। डैनियल, बुक ऑफ द डैनियल, दानियल की किताब सेकंड चैप्टर, दूजा अध्याय 34 to 44। 34 तो लैके 44 वचन। ਤੁਸੀਂ ਉਹਨੂੰ ਵੇਖਦੇ ਰਹੇ, ਇੱਥੋਂ ਤੀਕ ਪਈ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗ ਹੋ ਗਏ ਅਤੇ ਵਾਹ ਉਹਨਾਂ ਨੂੰ ਉਡਾ ਲੈ ਗਈ, ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ। ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। ਸੁਪਨਾ ਇਹੀ ਹੈ ਅਤੇ ਅਸੀਂ ਉਹਦਾ ਅਰਥ ਮਹਾਰਾਜ ਦੇ ਦਰਬਾਰ ਦੱਸਦੇ ਹਾਂ। ਹੇ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਰ ਨੇ ਰਾਜ ਤੇ ਸ਼ਕਤੀ ਤੇ ਬਲ ਤੇ ਤੇਜ ਦੇ ਦਿੱਤਾ ਹੈ। ਅਤੇ ਜਿੱਥੇ ਕਿਤੇ ਮਨੁੱਖ ਦੀ ਵੰਸ਼ ਵਸਦੀ ਹੈ, ਉਸ ਨੇ ਖੇਤ ਦੇ ਜਨੌਰ ਅਤੇ ਆਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰਕੇ ਤੁਹਾਨੂੰ ਉਹਨਾਂ ਸਭਨਾਂ ਦਾ ਮਾਲਿਕ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ ਅਤੇ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ। ਅਤੇ ਫਿਰ ਤੀਜਾ ਰਾਜ ਪਿੱਤਲ ਦਾ, ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ। ਅਤੇ ਚੌਥਾ ਰਾਜ ਲੋਹੇ ਵਰਗਾ ਕਰੜਾ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਟੋਟੇ ਕਰਦਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਹੈ, ਤਿਵੇਂ ਉਹ ਤੋੜ ਕੇ ਚੂਰ ਚੂਰ ਕਰੇਗਾ ਅਤੇ ਕੁਚਲ ਦੇਵੇਗਾ। ਅਤੇ ਜੋ ਤੁਸੀਂ ਵੇਖਿਆ ਕਿ ਉਹਦੇ ਪੈਰ ਤੇ ਉਂਗਲੀਆਂ ਕੁਝ ਤਾਂ ਘੁਮਿਆਰ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ, ਸੋ ਉਸ ਰਾਜ ਵਿੱਚ ਵੰਡ ਪੈ ਜਾਵੇਗੀ। ਅਤੇ ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ, ਤਿਵੇਂ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ। ਅਤੇ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਤਿਵੇਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ, ਤਿਵੇਂ ਉਹ ਮਨੁੱਖ ਦੇ ਅੰਸ਼ ਨਾਲ ਮਿਲਣਗੇ, ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ, ਤਿਵੇਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਵਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨੇਸਤ ਨਾ ਹੋਵੇਗਾ ਅਤੇ ਉਹਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ, ਸਗੋਂ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰਕੇ ਸਤਿਆਨਾਸ਼ ਕਰੇਗਾ, ਪਰ ਆਪ ਸਦਾ ਤਾਈਂ ਖੜਾ ਰਹੇਗਾ। परमेश्वर नाम, praise the Lord। परमेश्वर के नाम की तारीफ होए। Here we read about the dream of the Nebuchadnezzar। ਇੱਥੇ ਅਸੀਂ ਰਾਜਾ ਨਬੂਕਦਨੇਸਰ ਦੇ ਦਰਸ਼ਨ ਨੂੰ ਦੇਖਿਆ। Nebuchadnezzar is not a Christian, he is a Gentile, he is unknown about the Almighty God। ਇੱਥੇ ਰਾਜਾ ਨਬੂਕਦਨੇਸਰ ਕੋਈ ਮਸੀਹੀ ਨਹੀਂ ਹੈ, ਉਹ ਗੈਰ ਕੌਮ ਦਾ ਰਾਜਾ ਹੈ ਅਤੇ ਪਰਮੇਸ਼ਰ ਤੋਂ ਅਗਿਆਨ ਹੈ, ਉਸ ਦੀ ਸੱਚਾਈ ਨੂੰ ਨਹੀਂ ਜਾਣਦਾ। But why God given the dream to the Nebuchadnezzar only? ਪਰ ਪਰਮੇਸ਼ਰ ਨੇ ਨਬੂਕਦਨੇਸਰ ਨੂੰ ਹੀ ਕਿਉਂ ਦਰਸ਼ਨ ਦਿੱਤਾ? So many kings are there, ਹੋਰ ਵੀ ਬਹੁਤ ਸਾਰੇ ਰਾਜੇ ਸਨ, but he is the greatest king in the world। ਪਰ ਉਹ ਸੰਸਾਰ ਦੇ ਵਿੱਚ ਸਭ ਤੋਂ ਮਹਾਨ ਰਾਜਾ ਸੀ। He is conquer whole world। ਉਸ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ। Here we are seeing the same kingdom of the Nebuchadnezzar called the lion with the wings। ਅਤੇ ਇੱਥੇ ਅਸੀਂ ਉਸੇ ਰਾਜਾ ਨਬੂਕਦਨੇਸਰ ਦੇ ਰਾਜ ਨੂੰ ਵੇਖਦੇ ਹਾਂ ਜੋ ਸ਼ੇਰ ਦੇ ਰੂਪ ਵਿੱਚ ਹੈ ਅਤੇ ਉਸਦੇ ਖੰਭ ਵੀ ਹਨ। Dear child of God, this figure saw by the king Nebuchadnezzar। ਪਰਮੇਸ਼ਰ ਦੇ ਪਿਆਰੇ ਬੱਚਿਓ, ਇਹ ਮੂਰਤ ਰਾਜਾ ਨਬੂਕਦਨੇਸਰ ਦੇ ਦੁਆਰਾ ਦੇਖੀ ਗਈ। But same time, the four beasts we are seeing here, these four beasts Daniel, prophet Daniel saw in his vision।
ਅਤੇ ਉਸੇ ਸਮੇਂ ਇੱਥੇ ਅਸੀਂ ਇਹਨਾਂ ਚਾਰ ਦਰਿੰਦਿਆਂ ਨੂੰ ਦੇਖਦੇ ਹਾਂ ਅਤੇ ਇਹ ਚਾਰ ਦਰਿੰਦੇ ਦਾਨੀਏਲ ਨਬੀ ਦੇ ਦੁਆਰਾ ਦੇਖੇ ਗਏ Nebuchadnezzar's dream and Daniel vision is the same. ਅਤੇ ਰਾਜਾ ਨਬੂਕਦਨੇਸਰ ਅਤੇ ਦਾਨੀਏਲ ਦਾ ਦਰਸ਼ਨ ਇੱਕੋ ਹੀ ਹੈ And the same thing he interpretation about the kingdoms. ਅਤੇ ਉਹਨਾਂ ਦੋਵਾਂ ਦੇ ਦਰਸ਼ਨ ਦੀ ਵਿਆਖਿਆ ਰਾਜਾਂ ਦੇ ਬਾਰੇ ਵਿਆਖਿਆ ਵੀ ਇੱਕੋ ਹੀ ਹੈ Why should we learn this Bible study? ਸਾਨੂੰ ਇਸ ਬਾਈਬਲ ਅਧਿਐਨ ਨੂੰ ਕਿਉਂ ਸਿੱਖਣਾ ਚਾਹੀਦਾ ਹੈ From the day of the Nebuchadnezzar kingdom, we are seeing so many kingdoms rise in the world and so many kingdoms fall down in the world. ਰਾਜਾ ਨਬੂਕਦਨੇਸਰ ਦੇ ਸਮੇਂ ਤੋਂ ਲੈ ਕੇ ਬਹੁਤ ਸਾਰੇ ਰਾਜ ਸੰਸਾਰ ਦੇ ਵਿੱਚ ਖੜੇ ਹੋਏ ਅਤੇ ਬਹੁਤ ਸਾਰੇ ਰਾਜ ਗਿਰ ਗਏ But why God shown the dream to the Nebuchadnezzar? ਪਰ ਪਰਮੇਸ਼ਰ ਨੇ ਸੁਪਨਾ ਕਿਉਂ ਰਾਜਾ ਨਬੂਕਦਨੇਸਰ ਨੂੰ ਦਿਖਾਇਆ Oh king, ਹੇ ਰਾਜਾ you are seeing so many kingdoms. ਤੂੰ ਬਹੁਤ ਸਾਰੇ ਰਾਜਾਂ ਨੂੰ ਦੇਖੇਂਗਾ It will not be everlasting, it will not be permanent. ਅਤੇ ਸਦੀਪਕ ਰਾਜ ਨਹੀਂ ਹੋਣਗੇ ਸਥਾਈ ਨਹੀਂ ਰਹਿਣਗੇ All kingdoms will fall down ਸਾਰੇ ਸਾਮਰਾਜ ਗਿਰ ਜਾਣਗੇ and only one kingdom will be raised from the earth through Lord Jesus Christ. ਅਤੇ ਇੱਕ ਰਾਜ ਧਰਤੀ ਦੇ ਉੱਤੋਂ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਖੜਾ ਕੀਤਾ ਜਾਏਗਾ That kingdom only, everlasting kingdom. ਅਤੇ ਉਹ ਰਾਜ ਹੀ ਸਦੀਪਕ ਰਾਜ ਹੋਏਗਾ That's why we heard about the prophecies. ਅਤੇ ਇਸੇ ਕਰਕੇ ਅਸੀਂ ਅਗਮ ਵਾਕਾਂ ਦੇ ਦੁਆਰਾ ਵਿੱਚ ਸੁਣਿਆ ਹੈ One kingdom is belong to Lord Jesus Christ. ਇੱਕ ਰਾਜ ਪ੍ਰਭੂ ਯੀਸ਼ੂ ਮਸੀਹ ਦਾ ਹੈ He is a king for that kingdom. ਉਹ ਰਾਜ ਦਾ ਰਾਜਾ ਹੈ But same time here we are seeing that Antichrist, the ruler of the whole world with the 666 seal. ਪਰ ਉਸੇ ਸਮੇਂ ਮਸੀਹ ਵਿਰੋਧੀ ਇੱਕ ਰਾਜੇ ਨੂੰ ਜੋ ਸਾਰੇ ਸੰਸਾਰ ਦੇ ਉੱਤੇ 666 ਦੀ ਮੋਹਰ ਨਾਲ ਰਾਜ ਕਰੇਗਾ When the Antichrist appear in the world, he will gather together whole world under his government. ਜਦ ਮਸੀਹ ਵਿਰੋਧੀ ਧਰਤੀ ਦੇ ਉੱਤੇ ਸੰਸਾਰ ਦੇ ਉੱਤੇ ਪ੍ਰਗਟ ਹੋਏਗਾ ਤਾਂ ਉਹ ਸਾਰੀਆਂ ਸਰਕਾਰਾਂ ਸਾਰੇ ਰਾਜਾਂ ਨੂੰ ਆਪਣੇ ਅਧੀਨ ਕਰ ਲਵੇਗਾ Lord Jesus Christ appear in the world to save the people and make them the kingdom of everlasting. ਪ੍ਰਭੂ ਯੀਸ਼ੂ ਮਸੀਹ ਧਰਤੀ ਦੇ ਉੱਤੇ ਲੋਕਾਂ ਨੂੰ ਬਚਾਉਣ ਦੇ ਲਈ ਪ੍ਰਗਟ ਹੋਏ ਅਤੇ ਇੱਕ ਸਦੀਪਕ ਰਾਜ ਨੂੰ ਸਥਾਪਿਤ ਕਰਨ ਦੇ ਲਈ Dear child of God, according to the prophecy, which kingdom you want in your life? ਪਰਮੇਸ਼ਰ ਦੇ ਪਿਆਰੇ ਬੱਚਿਓ ਅਗਮ ਵਕਤ ਦੇ ਅਨੁਸਾਰ ਤੁਸੀਂ ਆਪਣੇ ਜੀਵਨ ਦੇ ਵਿੱਚ ਕਿਸ ਰਾਜ ਦੇ ਵਿੱਚ ਜਾਣਾ ਚਾਹੁੰਦੇ ਹੋ The kingdom of Lord Jesus Christ going on building day by day. ਪ੍ਰਭੂ ਯੀਸ਼ੂ ਮਸੀਹ ਦਾ ਰਾਜ ਦਿਨ ਪ੍ਰਤੀ ਦਿਨ ਉਸਾਰਿਆ ਜਾ ਰਿਹਾ ਹੈ But same time, other side, the Antichrist also preparing his kingdom. ਪਰ ਉਸੇ ਸਮੇਂ ਮਸੀਹ ਵਿਰੋਧੀ ਵੀ ਆਪਣੇ ਰਾਜ ਦੀ ਤਿਆਰੀ ਕਰ ਰਿਹਾ ਹੈ These all kingdoms will become under the Antichrist. ਇਹ ਸਾਰੇ ਰਾਜ ਮਸੀਹ ਵਿਰੋਧੀ ਦੇ ਅਧੀਨ ਹੋ ਜਾਣਗੇ But the kingdom of God is belong to Lord Jesus Christ. He is the king to that kingdom, and he will be preparing a everlasting kingdom. ਅਤੇ ਪ੍ਰਭੂ ਯੀਸ਼ੂ ਮਸੀਹ ਦਾ ਇੱਕ ਰਾਜ ਹੋਏਗਾ ਜਿਹੜਾ ਸਦੀਪਕ ਰਾਜ ਨੂੰ ਤਿਆਰ ਕਰੇਗਾ ਅਤੇ ਉਸ ਰਾਜ ਦੇ ਵਿੱਚ ਰਾਜਾ ਹੋਏਗਾ In short, ਸੰਖੇਪ ਦੇ ਵਿੱਚ yesterday I told about the golden head. ਕੱਲ ਮੈਂ ਸੋਨੇ ਦੇ ਸਿਰ ਦੇ ਬਾਰੇ ਦੱਸਿਆ ਸੀ That is the kingdom of the Nebuchadnezzar. ਉਹ ਰਾਜਾ ਨਬੂਕਦਨੇਸਰ ਦਾ ਰਾਜ ਹੈ Name is Babylon kingdom. ਅਤੇ ਉਸ ਦਾ ਨਾਮ ਹੈ ਬਾਬੁਲ ਸਾਮਰਾਜ Babylonian empire. ਬਾਬੁਲ ਦਾ ਸਮਰਾਟ BC 606 to 536, he ruled the whole world. ਉਸਨੇ 605 ਈਸਾ ਪੂਰਵ ਤੋਂ ਲੈ ਕੇ 532 ਈਸਾ ਪੂਰਵ ਤੱਕ ਸਾਰੇ ਸੰਸਾਰ ਦੇ ਉੱਤੇ ਰਾਜ ਕੀਤਾ In India, Prime Minister and President ruling the India. ਅਤੇ ਭਾਰਤ ਦੇ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰਾਜ ਕਰਦੇ ਹਨ But here we are seeing the King Nebuchadnezzar ruled the whole world. ਪਰ ਇੱਥੇ ਅਸੀਂ ਵੇਖਦੇ ਹਾਂ ਕਿ ਰਾਜਾ ਨਬੂਕਦਨੇਸਰ ਨੇ ਸਾਰੇ ਸੰਸਾਰ ਦੇ ਉੱਤੇ ਰਾਜ ਕੀਤਾ So Daniel also saw the dream vision about the lion and with the wings. ਅਤੇ ਇਸੇ ਤਰ੍ਹਾਂ ਦਾਨੀਏਲ ਨੇ ਵੀ ਸ਼ੇਰ ਅਤੇ ਉਸਦੇ ਖੰਭਾਂ ਦੇ ਅਨੁਸਾਰ ਬਾਬੁਲ ਸਾਮਰਾਜ ਦੇ ਬਾਰੇ ਦਰਸ਼ਨ ਦੇਖਿਆ Second kingdom is Median and Persian. ਅਤੇ ਦੂਜਾ ਸਾਮਰਾਜ ਜੋ ਹੈ ਮਾਦੀਆਂ ਅਤੇ ਫਾਰਸੀਆਂ ਦਾ ਸਾਮਰਾਜ ਹੈ It is belong to silver. ਅਤੇ ਇਹਦੀ ਤੁਲਨਾ ਚਾਂਦੀ ਦੇ ਨਾਲ ਕੀਤੀ ਗਈ ਹੈ That kingdom
Daniel saw the bear. ਅਤੇ ਇਸ ਰਾਜ ਨੂੰ ਦਾਨੀਏਲ ਨੇ ਇੱਕ ਰਿਛ ਦੇ ਰੂਪ ਵਿੱਚ ਦੇਖਿਆ। So kingdom of Babylon divided into the three kingdoms. ਅਤੇ ਬਾਬਲ ਸਾਮਰਾਜ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। This silver is belong to the Media and Persia. ਅਤੇ ਇਹ ਜੋ ਚਾਂਦੀ ਵਾਲਾ ਹਿੱਸਾ ਮਾਦੀਆਂ ਤੇ ਫਾਰਸੀਆਂ ਦੇ ਸਾਮਰਾਜ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ। From the Babylon it is divided into three. ਅਤੇ ਬਾਬਲ ਸਾਮਰਾਜ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। The three ribs shows about the three kingdom. ਅਤੇ ਤਿੰਨ ਪਸਲੀਆਂ ਤਿੰਨ ਰਾਜਾਂ ਨੂੰ ਦਰਸਾਉਂਦੀਆਂ ਹਨ। Why this beast coming from the water only? ਅਤੇ ਇਹ ਦਰਿੰਦਾ ਕਿਉਂ ਪਾਣੀ ਦੇ ਵਿੱਚੋਂ ਨਿਕਲ ਕੇ ਆਇਆ? Water shows the world. ਪਾਣੀ ਜਾਂ ਸਮੁੰਦਰ ਜੋ ਹੈ ਸੰਸਾਰ ਨੂੰ ਦਰਸਾਉਂਦਾ ਹੈ। Out of the world only they will come out. ਅਤੇ ਸੰਸਾਰ ਅਥਵਾ ਸਮੁੰਦਰ ਦੇ ਵਿੱਚੋਂ ਹੀ ਨਿਕਲ ਕੇ ਆਏਗਾ। And they are ruling the whole world. ਅਤੇ ਸਾਰੇ ਸੰਸਾਰ ਦੇ ਉੱਤੇ ਰਾਜ ਕਰੇਗਾ। After that we are seeing the Greek kingdom. ਉਸ ਤੋਂ ਬਾਅਦ ਅਸੀਂ ਤਿੰਨ ਰਾਜਾਂ ਨੂੰ ਦੇਖਦੇ ਹਾਂ। That is the brass. We are seeing the brass. ਅਤੇ ਇਸ ਨੂੰ ਅਸੀਂ ਤਾਂਬੇ ਜਾਂ ਪਿੱਤਲ ਦੇ ਰੂਪ ਵਿੱਚ ਦੇਖਦੇ ਹਾਂ। Brass kingdom called the Greek emperor ruled the whole world. ਅਤੇ ਤਾਂਬੇ ਵਾਲਾ ਹਿੱਸਾ ਯੂਨਾਨ ਸਾਮਰਾਜ ਨੂੰ ਦਰਸਾਉਂਦਾ ਹੈ ਜਿਸ ਨੇ ਸਾਰੇ ਸੰਸਾਰ ਉੱਤੇ ਰਾਜ ਕੀਤਾ। Here 4 heads and 4 wings we are seeing. ਇੱਥੇ ਅਸੀਂ 4 ਸਿਰ ਤੇ 4 ਖੰਭਾਂ ਨੂੰ ਦੇਖਦੇ ਹਾਂ। 4 wings and 4 heads we are seeing. ਇੱਥੇ ਅਸੀਂ 4 ਸਿਰ ਤੇ 4 ਖੰਭਾਂ ਨੂੰ ਦੇਖਦੇ ਹਾਂ। The body is a leopard we are seeing. ਅਤੇ ਇਸ ਦਾ ਸਰੀਰ ਅਸੀਂ ਚੀਤੇ ਦੇ ਸਰੀਰ ਵਰਗਾ ਦੇਖਦੇ ਹਾਂ। This 4 head shows. ਇਹ 4 ਸਿਰ ਜੋ ਹਨ it's showing the 4 type of the evil spirits. ਇਹ 4 ਪ੍ਰਕਾਰ ਦੇ ਦੁਸ਼ਟ ਆਤਮਾਵਾਂ ਨੂੰ ਦਰਸਾਉਂਦੇ ਹਨ। They are ruling the whole world. ਇਹ ਸਾਰੇ ਸੰਸਾਰ ਦੇ ਉੱਤੇ ਰਾਜ ਕਰਦੇ ਹਨ। And 4 heads shows the 4 kingdoms also. 4 ਸਿਰ 4 ਰਾਜਾਂ ਨੂੰ ਵੀ ਦਰਸਾਉਂਦੇ ਹਨ। One is Thrace, ਪਹਿਲਾ ਥ੍ਰੇਸ ਹੈ, Macedonia, ਮੈਕੇਦੋਨੀਆ, Syria, ਸੀਰੀਆ and Egypt. ਤੇ ਮਿਸਰ। 4 wing shows ਤੇ 4 ਖੰਭ ਜੋ ਹਨ 4 generals. 4 ਜਰਨੈਲਾਂ ਨੂੰ ਦਰਸਾਉਂਦੇ ਹਨ। General means in army you can heard about the generals. ਅਤੇ ਤੁਸੀਂ ਫੌਜ ਦੇ ਵਿੱਚ ਜਰਨੈਲਾਂ ਦੇ ਬਾਰੇ ਸੁਣਿਆ ਹੋਵੇਗਾ। They rule the world. ਇਹਨਾਂ ਨੇ ਇਹਨਾਂ 4 ਰਾਜਾਂ ਦੇ ਉੱਤੇ ਰਾਜ ਕੀਤਾ। First general Lysimachus. ਅਤੇ ਪਹਿਲਾ ਜਰਨੈਲ ਲਿਸਿਮੇਕਸ। Second general ਦੂਜਾ ਜਰਨੈਲ Cassander. Third general is ਤੀਜਾ ਜਰਨੈਲ ਜੋ ਹੈ Seleucus. ਸੈਲਿਊਕਸ। Fourth general is ਚੌਥਾ ਜਰਨੈਲ ਪਟੋਲਮੀ। So 4 wings shows about the 4 kings. 4 head shows 4 head of the kingdoms. ਅਤੇ 4 ਸਿਰ ਜੋ ਹਨ ਇਹਨਾਂ 4 ਰਾਜਾਂ ਨੂੰ ਦਰਸਾਉਂਦੇ ਹਨ। 4 wings shows the generals who rule the world, whole ਅਤੇ world. 4 ਖੰਭ 4 ਜਰਨੈਲਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਸਾਰੇ ਸੰਸਾਰ ਦੇ ਉੱਤੇ ਰਾਜ ਕੀਤਾ। After that we are seeing the kingdom of the Antichrist. ਉਸ ਤੋਂ ਬਾਅਦ ਅਸੀਂ ਮਸੀਹ ਵਿਰੋਧੀ ਦੇ ਰਾਜ ਨੂੰ ਦੇਖਦੇ ਹਾਂ। That is the Roman kingdom. ਇਹ ਰੋਮ ਸਾਮਰਾਜ ਹੈ। From the Roman kingdom only we are seeing that whole world he will rule. ਅਤੇ ਅਸੀਂ ਰੋਮ ਸਾਮਰਾਜ ਨੂੰ ਦੇਖਦੇ ਹਾਂ ਕਿ ਇੰਨਾ ਸ਼ਕਤੀਸ਼ਾਲੀ ਹੈ ਜਿਸ ਨੇ ਸਾਰੇ ਸੰਸਾਰ ਉੱਤੇ ਰਾਜ ਕੀਤਾ। 10 horns we are seeing. ਇਸ ਦੇ 10 ਸਿੰਘਾਂ ਨੂੰ ਅਸੀਂ ਦੇਖਦੇ ਹਾਂ। Out of the 10 horns, one man's head is there, that is the Antichrist. ਅਤੇ ਇਹਨਾਂ 10 ਸਿੰਘਾਂ ਦੇ ਵਿੱਚੋਂ ਇੱਕ ਛੋਟਾ ਸਿੰਘ ਜੋ ਨਿਕਲਦਾ ਹੈ ਜੋ ਕਿ ਮਸੀਹ ਵਿਰੋਧੀ ਹੈ। That Greek kingdom divided into so many kingdoms. ਅਤੇ ਯੂਨਾਨ ਸਾਮਰਾਜ ਕਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ। What is the name? ਅਤੇ ਇਹਨਾਂ ਦੇ ਨਾਮ ਕੀ ਹਨ? Western Roman Empire ਪੱਛਮੀ ਰੋਮ ਸਾਮਰਾਜ and Eastern Roman Empire. ਪੂਰਬੀ ਰੋਮ ਸਾਮਰਾਜ। Under them 5 kingdoms we are seeing. ਅਤੇ ਇਹਨਾਂ ਦੇ ਅਧੀਨ ਅਸੀਂ 5 ਦੇਸ਼ਾਂ ਜਾਂ ਰਾਜਾਂ ਨੂੰ ਦੇਖਦੇ ਹਾਂ। It is we are seeing in the world right now. ਅਤੇ ਇਹ ਅਸੀਂ ਸੰਸਾਰ ਦੇ ਵਿੱਚ ਹੁਣ ਵੀ ਦੇਖ ਰਹੇ ਹਾਂ। What we are seeing, ਅਸੀਂ ਕੀ ਦੇਖਦੇ ਹਾਂ? the horn shows the 10 kingdoms. ਅਤੇ ਸਿੰਘ ਜੋ ਹੈ 10 ਸਿੰਘਾਂ ਨੂੰ ਦਰਸਾਉਂਦਾ ਹੈ। The 10 horns means 10 kingdoms. ਅਤੇ 10 ਸਿੰਘਾਂ ਦਾ ਅਰਥ ਹੈ 10 ਰਾਜ। Divided in 395 BC.
ਅਤੇ ਇਹ 395 ਈਸਾ ਪੂਰਵ ਦੇ ਵਿੱਚ ਇਹ ਯੂਨਾਨ ਸਾਮਰਾਜ ਵੰਡਿਆ ਗਿਆ up to AD 1452. ਸਨ 1452 ਤੱਕ That kingdom rules. ਅਤੇ ਇਹਨਾਂ ਸਾਮਰਾਜਾਂ ਨੇ ਰਾਜ ਕੀਤਾ Western Roman Emperor is there. ਪੱਛਮੀ ਰੋਮ ਸਾਮਰਾਜ ਹੈ First is Great Britain. ਇਸ ਦੇ ਵਿੱਚ ਵੱਡਾ ਬ੍ਰਿਟਾਨ ਆਂਦਾ ਹੈ And second we are seeing the France. ਦੂਜਾ ਫਰਾਂਸ ਨੂੰ ਦੇਖਦੇ ਹਾਂ Fourth is Italy. ਅਤੇ ਚੌਥਾ ਇਟਲੀ ਹੈ And third is Spain. ਤੀਜਾ ਸਪੇਨ ਹੈ And fourth is Italy. ਚੌਥਾ ਇਟਲੀ ਹੈ So many our believers going to the Italy only. ਸਾਡੇ ਬਹੁਤ ਸਾਰੇ ਵਿਸ਼ਵਾਸੀ ਇਟਲੀ ਦੇਸ਼ ਵਿੱਚ ਹੀ ਜਾਂਦੇ ਹਨ And fifth is Australia. ਅਤੇ ਪੰਜਵਾਂ ਆਸਟਰੀਆ ਹੈ So these five kingdoms called the Western Roman Empire. ਇਸ ਕਰਕੇ ਪੰਜ ਦੇਸ਼ ਜਾਂ ਪੰਜ ਰਾਜ ਜੋ ਹਨ ਪੱਛਮੀ ਰੋਮ ਸਾਮਰਾਜ ਅਖਵਾਉਂਦੇ ਹਨ And secondly, Eastern Roman Empire. ਅਤੇ ਦੂਜਾ ਅਸੀਂ ਪੂਰਬੀ ਰੋਮ ਸਾਮਰਾਜ ਨੂੰ ਦੇਖਦੇ ਹਾਂ That is Greek. ਅਤੇ ਇਸ ਦੇ ਵਿੱਚ ਪਹਿਲਾ ਦੇਸ਼ ਯੂਨਾਨ ਹੈ Secondly, Egypt. ਦੂਜਾ ਮਿਸਰ ਹੈ Third is Syria. ਤੀਜਾ ਸੀਰੀਆ Fourth is Turkey. ਚੌਥਾ ਤੁਰਕੀ Fifth is Bulgaria. ਪੰਜਵਾਂ ਬਲਗਾਰੀਆ Like that, it is divided into two parts. ਇਸ ਤਰ੍ਹਾਂ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ But calling the Roman government only. ਪਰ ਇਹ ਸਾਰਾ ਮਿਲ ਕੇ ਰੋਮ ਸਾਮਰਾਜ ਹੀ ਅਖਵਾਉਂਦਾ ਹੈ What it shows, the thighs, from thighs to foot, iron we are seeing. ਅਸੀਂ ਪੱਟਾਂ ਤੋਂ ਲੈ ਕੇ ਪੈਰਾਂ ਤੱਕ ਲੱਤਾਂ ਤੱਕ ਅਸੀਂ ਲੋਹੇ ਦੇ ਦੇਖਦੇ ਹਾਂ From there only two legs just divided into two types of the emperors. ਅਤੇ ਜਿਵੇਂ ਲੱਤਾਂ ਦੋ ਹਨ ਇਸੇ ਤਰ੍ਹਾਂ ਹੀ ਰੋਮ ਸਾਮਰਾਜ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ In that Roman government only, from Roman emperor only, one antichrist will raise. ਅਤੇ ਇਸੇ ਰੋਮ ਸਾਮਰਾਜ ਦੇ ਵਿੱਚੋਂ ਹੀ ਇੱਕ ਮਸੀਹ ਵਿਰੋਧੀ ਨਿਕਲ ਕੇ ਆਏਗਾ Dear child of God, now the antichrist already born in the earth, on the earth, and is already preparing his kingdom. ਪਰਮੇਸ਼ਰ ਦੇ ਪਿਆਰੇ ਬੱਚਿਓ ਮਸੀਹ ਵਿਰੋਧੀ ਪਹਿਲਾਂ ਹੀ ਧਰਤੀ ਦੇ ਉੱਤੇ ਪੈਦਾ ਹੋ ਚੁੱਕਾ ਹੈ ਅਤੇ ਉਹ ਆਪਣੇ ਸਾਮਰਾਜ ਦੀ ਤਿਆਰੀ ਕਰ ਰਿਹਾ ਹੈ Antichrist kingdom, it is ruled by the spirit of the Antichrist. ਅਤੇ ਮਸੀਹ ਵਿਰੋਧੀ ਦਾ ਰਾਜ ਉਸੇ ਆਤਮਾ ਦੇ ਨਾਲ ਹੀ ਰਾਜ ਕੀਤਾ ਜਾਏਗਾ But 10 nations, they will gather together. ਇਹ 10 ਦੇਸ਼ਾਂ ਨੂੰ ਇਕੱਠਿਆਂ ਕਰੇਗਾ It's called common market. ਅਤੇ ਜਿਸ ਨੂੰ ਕਾਮਨ ਮਾਰਕੀਟ ਕਿਹਾ ਜਾਂਦਾ ਹੈ One currency, ਇੱਕ ਹੀ ਕਰੰਸੀ ਹੋਏਗੀ one government, ਇੱਕੋ ਹੀ ਸਰਕਾਰ ਹੋਏਗੀ one ruling. ਇੱਕ ਹੀ ਰਾਜ ਹੋਏਗਾ Like that, so many things, they are become a one. ਇਸ ਤਰ੍ਹਾਂ ਇਹ ਸਾਰੇ ਦੇਸ਼ ਮਿਲ ਕੇ ਇੱਕ ਸਾਮਰਾਜ ਬਣ ਜਾਣਗੇ So they only rule the whole world. ਇਹ ਸਾਰੇ ਸੰਸਾਰ ਦੇ ਉੱਤੇ ਰਾਜ ਕਰਨਗੇ So this is happening in the world. ਇਹ ਸੰਸਾਰ ਦੇ ਵਿੱਚ ਹੋ ਰਿਹਾ ਹੈ Here we are seeing about the Lord Jesus Christ. ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੇਖਦੇ ਹਾਂ Without the help of the hand, one stone came and fell upon the feet. ਅਤੇ ਸਵਰਗ ਤੋਂ ਇੱਕ ਪੱਥਰ ਜੋ ਬਿਨਾਂ ਹੱਥ ਲਾਏ ਕੱਢਿਆ ਗਿਆ ਉਹ ਪੈਰਾਂ ਤੇ ਆ ਵੱਜਾ That feet shows democratic government. ਅਤੇ ਪੈਰ ਲੋਕਤੰਤਰ ਸਰਕਾਰ ਨੂੰ ਦਰਸਾਉਂਦੇ ਹਨ Now we are seeing so many democratic government in the world. ਹੁਣ ਅਸੀਂ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕਤੰਤਰ ਦੇਸ਼ਾਂ ਨੂੰ ਦੇਖਦੇ ਹਾਂ India also a democratic country. ਭਾਰਤ ਵੀ ਲੋਕਤੰਤਰ ਦੇਸ਼ ਹੈ So the stone fell upon the feet. ਅਤੇ ਇਹ ਪੱਥਰ ਆ ਕੇ ਪੈਰਾਂ ਤੇ ਵੱਜਾ Immediately all the kingdoms are fall down. ਅਤੇ ਉਸੇ ਸਮੇਂ ਸਾਰੇ ਸਾਮਰਾਜ ਚਕਨਾਚੂਰ ਹੋ ਗਏ They become a dust. ਅਤੇ ਮਿੱਟੀ ਦੇ ਧੂੜ ਬਣ ਗਏ So when the wind comes, ਜਦ ਹਨੇਰੀ ਆਉਂਦੀ ਹੈ all the kingdoms are just run away, flee away from the presence of the Lord. ਅਤੇ ਜਿਉਂ ਹੀ ਹਨੇਰੀ ਆਈ ਅਤੇ ਉਸਨੇ ਇਹਨਾਂ ਸਾਰੇ ਰਾਜਾਂ ਨੂੰ ਤੂੜੀ ਦੇ ਵਾਂਗ ਉਡਾ ਕੇ ਲੈ ਗਈ This Christ stone become a big mountain. ਅਤੇ ਮਸੀਹ ਜੋ ਇੱਕ ਪੱਥਰ ਹੈ ਇੱਕ ਬਹੁਤ ਵੱਡਾ ਪਹਾੜ ਬਣ ਗਿਆ That mountain is Mount Zion in Jerusalem. ਅਤੇ ਉਹ ਪਹਾੜ ਸਿਯੋਨ ਤੇ ਯਰੂਸ਼ਲਮ ਹੈ God calling you to come to join in that city of God. ਪਰਮੇਸ਼ਰ ਤੁਹਾਨੂੰ ਇਸ ਪਰਮੇਸ਼ਰ ਦੇ ਨਗਰ ਵਿੱਚ ਸ਼ਾਮਿਲ ਹੋਣ ਦੇ ਲਈ ਬੁਲਾ ਰਿਹਾ ਹੈ If God permit, tomorrow I will tell about that. ਜੇਕਰ ਪਰਮੇਸ਼ਰ ਨੇ ਇਜਾਜ਼ਤ ਦਿੱਤੀ ਤਾਂ ਕੱਲ ਮੈਂ ਇਸ ਦੇ ਬਾਰੇ ਦੱਸਾਂਗਾ Here we are seeing all the kingdoms of the world. ਇੱਥੇ ਅਸੀਂ ਸੰਸਾਰ ਦੇ ਸਾਰੇ ਸਾਮਰਾਜਾਂ ਨੂੰ ਦੇਖਦੇ ਹਾਂ
among the Greek kingdom, one goat we are seeing. ਅਤੇ ਇਹ ਜੋ ਯੂਨਾਨ ਸਾਮਰਾਜ ਹੈ ਇਸ ਦੇ ਵਿੱਚ ਅਸੀਂ ਇੱਕ ਬੱਕਰੇ ਨੂੰ ਦੇਖਦੇ ਹਾਂ। This goat shows about the Alexander who ruled the whole world. ਅਤੇ ਇਹ ਬੱਕਰਾ ਜੋ ਹੈ ਮਹਾਨ ਸਿਕੰਦਰ ਨੂੰ ਦਰਸਾਉਂਦਾ ਹੈ ਜਿਸ ਨੇ ਸਾਰੇ ਸੰਸਾਰ ਦੇ ਉੱਤੇ ਰਾਜ ਕੀਤਾ। He go on conquer so many countries. ਅਤੇ ਉਹ ਲਗਾਤਾਰ ਸਾਰੇ ਦੇਸ਼ਾਂ ਨੂੰ ਜਿੱਤਦਾ ਗਿਆ। Here we are seeing about the 7 hills called one harlot is sitting upon the Antichrist. ਇੱਥੇ ਅਸੀਂ 7 ਪਹਾੜਾਂ ਨੂੰ ਦੇਖਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਇਸ ਚਿੱਤੇ ਦੇ ਉੱਤੇ ਇੱਕ ਵੇਸ਼ਿਆ ਬੈਠੀ ਹੋਈ ਹੈ। Mystery of the Babylon the Great. ਅਤੇ ਵੱਡੇ ਬਾਬੁਲ ਨਗਰੀ ਦਾ ਭੇਤ। But it is the 7 hills we are seeing. ਅਤੇ ਇਹ ਅਸੀਂ 7 ਪਹਾੜਾਂ ਨੂੰ ਜੋ ਦੇਖਦੇ ਹਾਂ। What are the 7 hills? ਇਹ 7 ਪਹਾੜ ਕੀ ਹਨ? Capitoline. ਪਹਿਲਾ ਕੈਪਟੋਲਾਈਨ, Second Palatine. ਦੂਸਰਾ ਪੈਲਾਟਾਈਨ, Aventine. ਤੀਜਾ ਐਵਨਟਾਈਨ, And fourth one ਚੌਥਾ ਸੇਲੀਅਨ, Celia. ਸਿਲੀਅਨ, And fifth one ਪੰਜਵਾਂ Esquiline. ਐਸਕਿਊਲਾਈਨ, And sixth one ਛੇਵਾਂ ਕਿਊਰੀਨਲ, Quirinal. And seventh one ਸੱਤਵਾਂ ਵਿਮਿਨਲ, Viminal. So these 7 hills we are seeing. ਇਸ ਕਰਕੇ ਅਸੀਂ ਇਹਨਾਂ 7 ਪਹਾੜਾਂ ਨੂੰ ਦੇਖਦੇ ਹਾਂ। Out of the 7 hills only Antichrist will raise. ਅਤੇ ਇਹਨਾਂ 7 ਪਹਾੜਾਂ ਦੇ ਵਿੱਚੋਂ ਹੀ ਮਸੀਹ ਵਿਰੋਧੀ ਰਾਜ ਕਰੇਗਾ। He is the Antichrist. ਉਹ ਮਸੀਹ ਵਿਰੋਧੀ ਹੈ। He is a ruler of the whole world after rapture of the church. ਕਲੀਸਿਆ ਦੇ ਉਠਾਏ ਜਾਣ ਤੋਂ ਬਾਅਦ ਉਹ ਸਾਰੇ ਸੰਸਾਰ ਦੇ ਉੱਤੇ ਰਾਜ ਕਰੇਗਾ। All things we are seeing. ਅਤੇ ਅਸੀਂ ਇਹ ਸਾਰੇ ਦੀਆਂ ਗੱਲਾਂ ਦੇਖਦੇ ਹਾਂ। But this 606 is number given to people who are not raptured in the coming of the Lord. ਜਿਹੜੇ ਲੋਕ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਨਹੀਂ ਜਾਣਗੇ ਉਹਨਾਂ ਨੂੰ ਇਹ 666 ਦੀ ਮੋਹਰ ਦਿੱਤੀ ਜਾਏਗੀ। And the kings of the Media Persia. ਅਤੇ ਮਾਦੀ ਅਤੇ ਫਾਰਸ ਦੇ ਰਾਜ। That is Cyrus. ਅਤੇ ਉਹ ਜੋ ਖੁਸਰੂ ਹੈ। ਖੋਰੂਸ, ਸਾਇਰਸ। Cyrus first. ਪਹਿਲਾ ਰਾਜਾ ਖੋਰੂਸ। Second is ਕੈਂਬਿਸਸ, Cambyses. ਦੂਸਰਾ ਕੈਂਬਿਸਸ। That is called the Artaxerxes. And the third is Darius. Darius. ਤੀਜਾ ਦਾਰਾ ਰਾਜਾ। And the fourth one ਚੌਥਾ ਅਹਸ਼ਵਰਸ। ਅਹਸ਼ਵਰੇਸ਼। So like that they divided into 4. ਇਸ ਤਰ੍ਹਾਂ 4 ਰਾਜਾਂ ਦੇ ਵਿੱਚ ਵੰਡਿਆ ਗਿਆ। Now here we are seeing the kings of the Babylon. ਇੱਥੇ ਅਸੀਂ ਬਾਬੁਲ ਦੇ ਰਾਜਿਆਂ ਨੂੰ ਦੇਖਦੇ ਹਾਂ। Babylon kingdom. ਬਾਬੁਲ ਦੇ ਰਾਜੇ Nabopolassar. ਪਹਿਲਾ ਨੇਬੂਕਦਨੇਸਰ। Second is Nebuchadnezzar ਦੂਜਾ ਨੇਬੂਕਦਨੇਸਰ and his kingdom. ਅਤੇ ਉਸ ਦਾ ਰਾਜ। And evil Merodach. Merodach. And fourth one ਚੌਥਾ read. ਨੇਰੀਗਲੇਸਰ। Fourth one ਨੇਰੀਗਲੇਸਰ। Right. Fifth one ਪੰਜਵਾਂ ਲਾਬਸ਼ ਮੇਰੋਡਕ। it is not clear for my eyes. ਇਹ ਮੇਰੀ ਨਜ਼ਰ ਵਿੱਚ ਦਿਖਾਈ ਨਹੀਂ ਦੇ ਰਿਹਾ। Sixth one ਛੇਵਾਂ ਨੇਬੋਨਿਨਸ। Seventh ਸੱਤਵਾਂ ਬੇਲਸ਼ਾਜ਼ਾਰ। Now why am I reading all these things? ਇਹ ਮੈਂ ਕਿਉਂ ਸਾਰੇ ਪੜ੍ਹ ਰਿਹਾ ਹਾਂ? Those kings are fighting and battling and they won one upon other. ਅਤੇ ਇਹ ਰਾਜੇ ਸਾਰੇ ਇੱਕ ਦੂਜੇ ਦੇ ਉੱਤੇ ਯੁੱਧ ਕਰਦੇ ਹਨ ਅਤੇ ਇੱਕ ਦੂਜੇ ਨੂੰ ਜਿੱਤ ਲੈਂਦੇ ਹਨ। After that we are seeing ਉਸ ਤੋਂ ਬਾਅਦ ਅਸੀਂ ਦੇਖਦੇ ਹਾਂ one dragon we are seeing. ਇੱਕ ਅਜਗਰ ਨੂੰ ਅਸੀਂ ਦੇਖਦੇ ਹਾਂ। This dragon stood before the church. ਅਤੇ ਅਜਗਰ ਜੋ ਹੈ ਕਲੀਸਿਆ ਦੇ ਸਾਹਮਣੇ ਖੜਾ ਹੈ। Second is called the first beast. ਅਤੇ Sorry.
Dragon is ਰੈਡ ਡਰੈਗਨ a red dragon. ਲਾਲ ਅਜਗਰ It's called the red dragon. ਇਸ ਨੂੰ ਲਾਲ ਅਜਗਰ ਕਿਹਾ ਜਾਂਦਾ ਹੈ And in the first beast we are seeing here, ਇੱਥੇ ਅਸੀਂ ਪਹਿਲੇ ਦਰਿੰਦੇ ਨੂੰ ਦੇਖਦੇ ਹਾਂ that is Antichrist. ਜੋ ਕਿ ਮਸੀਹ ਵਿਰੋਧੀ ਹੈ Here we are seeing the prophet, false prophet is the second beast. ਅਤੇ ਝੂਠਾ ਨਬੀ ਦੂਜਾ ਦਰਿੰਦਾ ਹੈ What I want to tell you, ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਹਾਂ that 4 kingdoms having the power, ਅਤੇ ਇਹਨਾਂ ਚਾਰ ਸਾਮਰਾਜਾਂ ਦੇ ਵਿੱਚ ਸ਼ਕਤੀ ਹੈ so that power come under the power of the dragon. ਅਤੇ ਇਹਨਾਂ ਸਾਰਿਆਂ ਦੀ ਸ਼ਕਤੀ ਜੋ ਹੈ ਲਾਲ ਅਜਗਰ ਦੇ ਅਧੀਨ ਆ ਜਾਂਦੀ ਹੈ And dragon give the power to Antichrist. ਅਤੇ ਅਜਗਰ ਵੀ ਆਪਣੀ ਸਮਰੱਥਾ ਜਾਂ ਆਪਣੀ ਗੱਦੀ ਮਸੀਹ ਵਿਰੋਧੀ ਨੂੰ ਦੇ ਦਿੰਦਾ ਹੈ False prophets give the power to the Antichrist. ਅਤੇ ਝੂਠਾ ਨਬੀ ਵੀ ਆਪਣੀ ਗੱਦੀ ਜਾਂ ਆਪਣੀ ਸਮਰੱਥਾ ਮਸੀਹ ਵਿਰੋਧੀ ਨੂੰ ਦੇ ਦਿੰਦਾ ਹੈ Here we are seeing the Antichrist. ਇੱਥੇ ਅਸੀਂ ਮਸੀਹ ਵਿਰੋਧੀ ਨੂੰ ਦੇਖਦੇ ਹਾਂ It's a terrible kingdom going to come very soon. ਅਤੇ ਬਹੁਤ ਹੀ ਭਿਆਨਕ ਸਾਮਰਾਜ ਹੈ ਜੋ ਬਹੁਤ ਜਲਦੀ ਆਉਣ ਵਾਲਾ ਹੈ Very soon it's going to come. ਇਹ ਬਹੁਤ ਜਲਦੀ ਆਉਣ ਵਾਲਾ ਹੈ All things are, all preparation going on. ਅਤੇ ਇਸ ਦੀ ਸਾਰੀ ਤਿਆਰੀ ਚੱਲ ਰਹੀ ਹੈ All preparation going on. ਇਸ ਦੀ ਸਾਰੀ ਤਿਆਰੀ ਚੱਲ ਰਹੀ ਹੈ Why we are studying this Bible study? ਅਸੀਂ ਇਹ ਕਿਉਂ ਬਾਈਬਲ ਅਧਿਐਨ ਤੇ ਧਿਆਨ ਕਰ ਰਹੇ ਹਾਂ Dear child of God, there's a one kingdom is belong to the Antichrist. ਪਰਮੇਸ਼ਰ ਦੇ ਪਿਆਰੇ ਬੱਚਿਓ ਇੱਕ ਰਾਜ ਜੋ ਹੈ ਮਸੀਹ ਵਿਰੋਧੀ ਦਾ ਹੈ By one small stone fell upon the feet, ਅਤੇ ਇੱਕ ਛੋਟਾ ਪੱਥਰ ਉਹ ਜੋ ਆ ਕੇ ਪੈਰਾਂ ਤੇ ਵੱਜਾ and all the kingdoms fall down. ਅਤੇ ਸਾਰੇ ਸਾਮਰਾਜ ਗਿਰ ਗਏ But Christ's kingdom will be everlasting kingdom. ਪਰ ਮਸੀਹ ਦਾ ਰਾਜ ਸਦੀਪਕ ਰਾਜ ਹੋਏਗਾ That only we are seeing in the Bible. ਇਹੀ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ That only we are seeing in the Bible. ਇਹੀ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ So now we are going to learn. ਹੁਣ ਅਸੀਂ ਸਿੱਖਣ ਜਾ ਰਹੇ ਹਾਂ First of all, we are read about the Nebuchadnezzar. ਸਭ ਤੋਂ ਪਹਿਲਾਂ ਅਸੀਂ ਨਬੂਕਦਨੇਸਰ ਦੇ ਬਾਰੇ ਪੜ੍ਹਿਆ Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੈ Yesterday we finished at the Daniel 4th chapter 9th verse. ਕੱਲ ਅਸੀਂ ਦਾਨੀਏਲ ਦੀ ਕਿਤਾਬ ਚੌਥਾ ਅਧਿਆਇ 9 ਵਚਨ ਦੇ ਬਾਰੇ ਪੜ੍ਹਿਆ ਸੀ What is that? ਉਹ ਕੀ ਹੈ Daniel is the man of the Spirit of God. ਦਾਨੀਏਲ ਜੋ ਹੈ ਦਿਉਤਿਆਂ ਦਾ ਆਤਮਾ ਰੱਖਣ ਵਾਲਾ ਪਰਮੇਸ਼ਰ ਦਾ ਜਨ ਹੈ And Daniel 2nd chapter 45 verse says, ਦਾਨੀਏਲ ਦੀ ਕਿਤਾਬ ਦੂਜਾ ਅਧਿਆਇ 45 ਵਚਨ ਕਹਿੰਦਾ ਹੈ the head made the gold ਸਿਰ ਜੋ ਕਿ ਸੋਨੇ ਦਾ ਬਣਿਆ ਹੋਇਆ ਹੈ with gold, that is the kingdom of the Nebuchadnezzar. ਇਹ ਨਬੂਕਦਨੇਸਰ ਦਾ ਰਾਜ ਹੈ Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ just I told about the roughly what are the position in the big huge image. ਅਤੇ ਮੈਂ ਕੱਲ ਤੁਹਾਨੂੰ ਸੰਖੇਪ ਦੇ ਵਿੱਚ ਇਸ ਵੱਡੀ ਮੂਰਤ ਦੇ ਬਾਰੇ ਦੱਸਿਆ ਸੀ Yesterday we told, Nebuchadnezzar told that lastly, am I not to build this great Babylon? ਅਤੇ ਆਖਿਰ ਦੇ ਵਿੱਚ ਰਾਜਾ ਨਬੂਕਦਨੇਸਰ ਨੂੰ ਕਮਾਂਡ ਆ ਗਿਆ ਅਤੇ ਉਸਨੇ ਕਿਹਾ ਕਿ ਕੀ ਇਹ ਵੱਡਾ ਬਾਬੁਲ ਮੈਂ ਆਪਣੀ ਸ਼ਕਤੀ ਦੇ ਲਈ ਨਹੀਂ ਬਣਾਇਆ The first king who ruled the whole world. ਪਹਿਲਾ ਸਮਰਾਟ ਜਿਸ ਨੇ ਸਾਰੇ ਸੰਸਾਰ ਤੇ ਰਾਜ ਕੀਤਾ He exalted himself. ਉਸਨੇ ਆਪਣੇ ਆਪ ਨੂੰ ਉੱਚਾ ਚੁੱਕਿਆ Immediately the pride came in his life. ਤੁਰੰਤ ਕਮਾਂਡ ਉਸਦੇ ਜੀਵਨ ਵਿੱਚ ਆ ਗਿਆ Dear child of God, one secret I will tell you. ਪਰਮੇਸ਼ਰ ਦੇ ਪਿਆਰੇ ਬੱਚਿਓ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ Matthew 11 chapter, ਮਾਤੀ ਦੀ ਇੰਜੀਲ 11 ਅਧਿਆਇ Matthew 11 chapter 28 verse says, ਮਾਤੀ ਦੀ ਇੰਜੀਲ 11 ਅਧਿਆਇ 28 ਵਚਨ ਕਹਿੰਦਾ ਹੈ I am meek and lowly in my heart. ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ That is the kingdom of Lord Jesus Christ spoken with us. ਅਤੇ ਇਹ ਪ੍ਰਭੂ ਯਿਸੂ ਮਸੀਹ ਦੇ ਵਚਨ ਹਨ ਜੋ ਸਾਨੂੰ ਕਹੇ ਗਏ In heaven there is no pride people. ਸਵਰਗ ਦੇ ਵਿੱਚ ਕੋਈ ਕਮੰਡੀ ਲੋਕ ਨਹੀਂ ਹਨ Only humble people will be in heaven. ਕੇਵਲ ਨਮਰ ਲੋਕ ਹੀ ਸਵਰਗ ਵਿੱਚ ਹੋਣਗੇ Who are humble themselves, they only join in the kingdom of Lord Jesus Christ. ਜਿਹੜੇ ਆਪਣੇ ਆਪ ਨੂੰ ਹਲੀਮ ਕਰਨਗੇ ਕੇਵਲ ਉਹੀ ਪ੍ਰਭੂ ਯਿਸੂ ਮਸੀਹ ਦੇ ਰਾਜ ਵਿੱਚ ਸ਼ਾਮਿਲ ਹੋਣਗੇ Who will humble themselves and repent for their sin. ਜਿਹੜੇ ਆਪਣੇ
ਆਪ ਨੂੰ ਹਲੀਮ ਕਰਨਗੇ, ਆਪਣੇ ਪਾਪਾਂ ਦੇ ਲਈ ਪਛਤਾਪ ਕਰਨਗੇ, whosoever humble themselves and take the water baptism, ਜਿਹੜੇ ਆਪਣੇ ਆਪ ਨੂੰ ਹਲੀਮ ਕਰਕੇ ਪਾਣੀ ਦਾ ਬਪਤਿਸਮਾ ਲੈਣਗੇ, whosoever humble and receive the Holy Spirit, ਜਿਹੜੇ ਆਪਣੇ ਆਪ ਨੂੰ ਹਲੀਮ ਕਰਕੇ ਪਵਿੱਤਰ ਆਤਮਾ ਪ੍ਰਾਪਤ ਕਰਨਗੇ, they own the kingdom of God. ਕੇਵਲ ਉਹੀ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣਗੇ। Are you having that experience? ਕੀ ਤੁਹਾਡਾ ਇਹ ਤਜਰਬੇ ਹਨ? Other churches and other pastors, I'm asking the question, are you having this experience in your church? ਮੈਂ ਦੂਜੀਆਂ ਕਲੀਸਿਆਵਾਂ ਅਤੇ ਦੂਜਰੇ ਪਾਸਟਰ ਸਹਿਬਾਨ ਜੀ ਨੂੰ ਪੁੱਛਦਾ ਹਾਂ, ਕੀ ਤੁਹਾਡੀਆਂ ਕਲੀਸਿਆਵਾਂ ਦੇ ਵਿੱਚ ਇਹ ਤਜਰਬੇ ਹਨ? But suddenly King Nebuchadnezzar exalted himself because of his pride. God punished him. ਪਰ ਅਚਾਨਕ ਰਾਜਾ ਨਬੂਕਦਨੇਸਰ ਨੇ ਆਪਣੇ ਘਮੰਡ ਦੇ ਕਾਰਨ ਆਪਣੇ ਆਪ ਨੂੰ ਉੱਚਾ ਚੁੱਕਿਆ ਅਤੇ ਪਰਮੇਸ਼ਰ ਨੇ ਉਸ ਨੂੰ ਦੰਡ ਦਿੱਤਾ। Any worker, any believer, ਕੋਈ ਵੀ ਸੇਵਕ ਅਤੇ ਕੋਈ ਵੀ ਵਿਸ਼ਵਾਸੀ, if you exalt yourself more than our God and exalt yourself with the pride, you will not stand before God. ਜੇਕਰ ਕੋਈ ਘਮੰਡ ਦੇ ਕਾਰਨ ਆਪਣੇ ਆਪ ਨੂੰ ਉੱਚਾ ਚੁੱਕੇਗਾ, ਜੇਕਰ ਕੋਈ ਆਪਣੇ ਆਪ ਨੂੰ ਸਾਡੇ ਪਰਮੇਸ਼ਰ ਤੋਂ ਉੱਚਾ ਚੁੱਕੇਗਾ ਤਾਂ ਉਹ ਪਰਮੇਸ਼ਰ ਦੇ ਵੱਲੋਂ ਦੰਡ ਪਾਏਗਾ। What is the sign of a humble people? ਜਾਂ ਨਮਰ ਲੋਕਾਂ ਦਾ ਨਿਸ਼ਾਨ ਕੀ ਹੋਏਗਾ? The humble people sign is shedding the tear before God. ਨਮਰ ਲੋਕਾਂ ਦਾ ਨਿਸ਼ਾਨ ਪਰਮੇਸ਼ਰ ਦੇ ਸਾਹਮਣੇ ਉਹ ਹੰਝੂ ਵਹਾਣਗੇ। Every time they will cry before God. ਉਹ ਹਮੇਸ਼ਾ ਪਰਮੇਸ਼ਰ ਦੇ ਅੱਗੇ ਰੋਂਦੇ ਤੇ ਦੁਹਾਈ ਦਿੰਦੇ ਰਹਿਣਗੇ। And cry for the holiness. ਅਤੇ ਪਵਿੱਤਰਤਾਈ ਦੇ ਲਈ ਦੁਹਾਈ ਦੇਣਗੇ। Cry for doing the will of God. ਪਰਮੇਸ਼ਰ ਦੀ ਇੱਛਾ ਕਰਨ ਦੇ ਲਈ ਦੁਹਾਈ ਦੇਣਗੇ। Cry for the love of God. ਪਰਮੇਸ਼ਰ ਦੇ ਪ੍ਰੇਮ ਨੂੰ ਪ੍ਰਾਪਤ ਕਰਨ ਲਈ ਦੁਹਾਈ ਦੇਣਗੇ। And cry for their life and ministry. ਆਪਣੇ ਜੀਵਨ ਅਤੇ ਸੇਵਾ ਦੇ ਲਈ ਦੁਹਾਈ ਦੇਣਗੇ। Dear child of God, when you cry yourself before God, you are a humble person. ਪਰਮੇਸ਼ਰ ਦੇ ਪਿਆਰੇ ਬੱਚਿਓ, ਜਦ ਤੁਸੀਂ ਆਪਣੇ ਆਪ ਦੇ ਲਈ ਪਰਮੇਸ਼ਰ ਦੇ ਅੱਗੇ ਦੁਹਾਈ ਦਿੰਦੇ ਹੋ ਤਾਂ ਤੁਸੀਂ ਇੱਕ ਨਮਰ ਤੇ ਹਲੀਮ ਵਿਅਕਤੀ ਹੋ। If your eyes, if your heart will not have any tears in your life, ਜੇਕਰ ਤੁਹਾਡੇ ਜੀਵਨ ਦੇ ਵਿੱਚ, ਦਿਲ ਦੇ ਵਿੱਚ, ਅੱਖਾਂ ਦੇ ਵਿੱਚ ਕੋਈ ਹੰਝੂ ਨਹੀਂ ਹੈ ਤਾਂ then you are a proudest person. Your heart is a hardened heart. ਤਾਂ ਤੁਸੀਂ ਸਭ ਤੋਂ ਘਮੰਡੀ ਵਿਅਕਤੀ ਹੋ, ਤੁਹਾਡਾ ਦਿਲ ਕਠੋਰ ਦਿਲ ਹੈ। That only we have to understand in our life. ਇਹੀ ਅਸੀਂ ਆਪਣੇ ਜੀਵਨ ਦੇ ਵਿੱਚ ਸਮਝਣਾ ਹੈ। Our children will cry before us. ਸਾਡੇ ਬੱਚੇ ਸਾਡੇ ਅੱਗੇ ਰੋਂਦੇ ਹਨ Humble people will cry before others. ਅਤੇ ਹਲੀਮ ਲੋਕ ਦੂਜਿਆਂ ਦੇ ਅੱਗੇ ਰੋਂਦੇ ਹਨ। But pride people will not shed the tears. ਪਰ ਘਮੰਡੀ ਲੋਕ ਕਦੇ ਹੰਝੂ ਨਹੀਂ ਵਹਾਣਗੇ। Our tears only take to the heavenly place. ਸਾਡੇ ਹੰਝੂ ਹੀ ਸਾਨੂੰ ਸਵਰਗੀ ਥਾਵਾਂ ਤੇ ਲੈ ਕੇ ਜਾਣਗੇ। There only Lord will wipe out all our tears. ਉੱਥੇ ਪ੍ਰਭੂ ਹੀ ਆਪਣੇ ਹੱਥਾਂ ਨਾਲ ਸਾਡੇ ਹੰਝੂਆਂ ਨੂੰ ਪੂੰਝੇਗਾ। Now Nebuchadnezzar understood who is the real God. ਅਤੇ ਹੁਣ ਨਬੂਕਦਨੇਸਰ ਸਮਝ ਗਿਆ ਕਿ ਸੱਚਾ ਪਰਮੇਸ਼ਰ ਕੌਣ ਹੈ। After punishment, ਸਜ਼ਾ ਤੋਂ ਬਾਅਦ Daniel 4th chapter, ਦਾਨੀਏਲ ਦੀ ਕਿਤਾਬ 4ਵਾਂ ਅਧਿਆਇ 34 and 37. 34 ਤੇ 37 ਵਚਨ। ਉਹਨਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨੇਸਰ ਨੇ ਆਪਣੀ ਅੱਖੀਆਂ ਆਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫੇਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਆਤਮਾਨ ਦਾ ਧੰਨਵਾਦ ਕੀਤਾ ਅਤੇ ਉਹਦਾ ਜੋ ਸਦਾ ਜਿਉਂਦਾ ਹੈ ਵਡਿਆਈ ਤੇ ਆਦਰ ਕੀਤਾ, ਜਿਹਦੀ ਸਰਦਾਰੀ ਸਦੀਪਕ ਸਰਦਾਰੀ ਅਤੇ ਜਿਹਦਾ ਰਾਜ ਪੀੜ੍ਹੀਓ ਪੀੜ੍ਹੀ ਹੈ। ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ। 37 ਹੁਣ ਮੈਂ ਨਬੂਕਦਨੇਸਰ ਆਕਾਸ਼ ਦੇ ਮਹਾਰਾਜੇ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ, ਕਿਉਂ ਜੋ ਉਹ ਆਪਣੇ ਸਭਨਾ ਕੰਮਾਂ ਵਿੱਚ ਸੱਤ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਉਕਾਰ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ। And at the end of the days, I Nebuchadnezzar lifted up my eyes unto heaven, and my understanding returned unto me, and I blessed the Most High, and praised and honored him that liveth forever, whose dominion is an everlasting dominion, and kingdom is from generation to generation. Now I Nebuchadnezzar praise and extol and honor the King of heaven. All those works are truth, and his ways judgment, and those that walk in pride he is able to abase. Daniel 4th chapter 25 verses, 7 long years he was walked like a beast.
दानियल ਦੀ ਕਿਤਾਬ ਚੌਥਾ ਅਧਿਆਇ 25 ਵਚਨ ਕਹਿੰਦਾ ਹੈ ਕਿ ਰਾਜਾ ਨਬੂਕਦਨੇਸਰ 5 ਲੰਮੇ ਸਮੇਂ ਤੱਕ ਉਹ ਜਾਨਵਰਾਂ ਦੀ ਤਰ੍ਹਾਂ ਘਾਹ ਖਾਂਦਾ ਰਿਹਾ। When he exalted himself, ਜਦ ਉਸਨੇ ਆਪਣੇ ਆਪ ਨੂੰ ਉੱਚਾ ਚੁੱਕਿਆ, God abased him ਪਰਮੇਸ਼ਰ ਨੇ ਉਸ ਨੂੰ ਨੀਵਾਂ ਕੀਤਾ and gave the punishment. ਤੇ ਉਸ ਨੂੰ ਦੰਡ ਦਿੱਤਾ And he understood that God is Almighty God is a real God. ਤੇ ਉਹ ਜਾਣ ਗਿਆ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਹੀ ਸੱਚਾ ਪਰਮੇਸ਼ਰ ਹੈ। I bless the Most High God ਮੈਂ ਅਤ ਮਹਾਨ ਨੂੰ ਮੁਬਾਰਕ ਆਖਿਆ and I praise and honor Him ਅਤੇ ਮੈਂ ਉਸ ਦੀ ਉਸਤਤ ਤੇ ਵਡਿਆਈ ਕੀਤੀ that liveth forever, ਜੋ ਜੁਗੋ ਜੁਗ ਜਿਉਂਦਾ ਹੈ whose dominion is an everlasting. ਅਤੇ ਜਿਹਦੀ ਸਰਦਾਰੀ ਸਦੀਪਕ ਸਰਦਾਰੀ ਹੈ। Tonight I want to tell you, dear child of God, ਪਰਮੇਸ਼ਰ ਦੇ ਪਿਆਰੇ ਬੱਚੇ, ਅੱਜ ਰਾਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ Nebuchadnezzar ruled the whole world. ਰਾਜਾ ਨਬੂਕਦਨੇਸਰ ਨੇ ਸਾਰੇ ਵਿਸ਼ਵ ਤੇ ਰਾਜ ਕੀਤਾ, But what he confessing before God, ਪਰ ਉਹ ਪਰਮੇਸ਼ਰ ਦੇ ਸਾਹਮਣੇ ਆਪਣੇ ਮੂੰਹ ਤੋਂ ਕੀ ਇਕਰਾਰ ਕਰਦਾ ਹੈ? his kingdom is dominion for everlasting kingdom. ਪਰਮੇਸ਼ਰ ਦਾ ਰਾਜ ਹੀ ਸਦੀਪਕ ਰਾਜ ਹੈ। He is a really living God. ਉਹ ਹੀ ਸੱਚਾ ਜਿੰਦਾ ਪਰਮੇਸ਼ਰ ਹੈ। He is a Gentile. ਉਹ ਇੱਕ ਗੈਰ ਕੌਮ ਰਾਜਾ ਸੀ। He do not know Lord God. ਉਸਨੇ ਯਹੋਵਾ ਪਰਮੇਸ਼ਰ ਨੂੰ ਨਹੀਂ ਜਾਣਿਆ ਸੀ, But when he received the punishment, ਪਰ ਜਦ ਉਸਨੇ ਦੰਡ ਪ੍ਰਾਪਤ ਕੀਤਾ, when he saw the Almighty God hand, ਜਦ ਉਸਨੇ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹੱਥ ਨੂੰ ਦੇਖਿਆ, he confessed that he is a real living God. ਤਾਂ ਉਹਨੇ ਇਕਰਾਰ ਕੀਤਾ ਕਿ ਉਹ ਹੀ ਸੱਚਾ ਜਿੰਦਾ ਪਰਮੇਸ਼ਰ ਹੈ। From that day onwards, real God is a God Almighty, Jehovah, Lord Jesus Christ. That means their kingdom is a dominion, everlasting kingdom. ਉਸ ਦਿਨ ਤੋਂ ਜਾਣ ਗਿਆ ਕਿ ਯਹੋਵਾ ਪਰਮੇਸ਼ਰ ਹੀ, ਪ੍ਰਭੂ ਯੀਸ਼ੂ ਮਸੀਹ ਹੀ ਸੱਚਾ ਜਿੰਦਾ ਪਰਮੇਸ਼ਰ ਹੈ, ਜਿਸ ਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ, ਸਦੀਪਕ ਰਾਜ ਹੈ। The same kingdom going to establish by the Lord Jesus Christ. ਉਹੀ ਰਾਜ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਇਸ ਧਰਤੀ ਤੇ ਸਥਾਪਿਤ ਕੀਤਾ ਜਾਣ ਵਾਲਾ ਹੈ। That's why God calling you that you may join in that kingdom of the Lord Jesus Christ. ਇਸੇ ਕਰਕੇ ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਕਿ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਰਾਜ ਵਿੱਚ ਦਾਖਲ ਹੋਵੋ, By the repentance for your sin ਆਪਣੇ ਪਾਪਾਂ ਦੇ ਲਈ ਤੋਬਾ ਕਰਨ ਦੇ ਨਾਲ, and take the water baptism ਅਤੇ ਪਾਣੀ ਦਾ ਬਪਤਿਸਮਾ ਲਓ, and receive the Holy Spirit. ਪਵਿੱਤਰ ਆਤਮਾ ਪ੍ਰਾਪਤ ਕਰੋ, Then you will enter into the kingdom of God. ਤਾਂ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਸ਼ਾਮਿਲ ਹੋਵੋਗੇ। Throughout life we have to follow the Lord Jesus Christ. ਜੀਵਨ ਭਰ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਪੈਰਵੀ ਕਰਨੀ ਹੈ। Then you will be joined into the everlasting kingdom. ਫਿਰ ਤੁਸੀਂ ਸਦੀਪਕ ਰਾਜ ਵਿੱਚ ਸ਼ਾਮਿਲ ਹੋਵੋਗੇ। Now second beast we are just meditate. ਅਤੇ ਹੁਣੇ ਅਸੀਂ ਦੂਜੇ ਦਰਿੰਦੇ ਦੇ ਉੱਤੇ ਧਿਆਨ ਕੀਤਾ ਹੈ। What happened those days? ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ? Second beast is called the silver. ਅਤੇ ਦੂਜਾ ਦਰਿੰਦਾ ਜੋ ਹੈ, ਜਿਸ ਨੂੰ ਰਿਛ ਕਿਹਾ ਗਿਆ ਹੈ, That is a beast bear. ਅਤੇ ਉਸ ਦਰਿੰਦੇ ਦਾ ਨਾਮ ਰਿਛ ਹੈ। We are seeing the second kingdom bear. ਅਸੀਂ ਦੂਜਾ ਰਾਜ ਜੋ ਰਿਛ ਦੇ ਰੂਪ ਵਿੱਚ ਦੇਖਦੇ ਹਾਂ। It is not strengthened like a lion, ਅਤੇ ਇਹ ਸ਼ੇਰ ਵਰਗਾ ਬਲਵਾਨ ਤਾਂ ਨਹੀਂ ਸੀ, but is a little lower than the kingdom of the Nebuchadnezzar. ਪਰ ਇਹ ਰਾਜਾ ਨਬੂਕਦਨੇਸਰ ਦੇ ਸਾਮਰਾਜ ਤੋਂ ਥੋੜਾ ਜਿਹਾ ਘੱਟ ਸੀ। Kingdom of Media and Persian. ਮਾਦੀ ਅਤੇ ਫਾਰਸ ਦਾ ਸਾਮਰਾਜ, That is the second kingdom. ਇਹ ਦੂਜਾ ਸਾਮਰਾਜ ਸੀ। Next to lion, strengthened kingdom. ਅਤੇ ਜੋ ਸ਼ੇਰ ਦਾ ਸਾਮਰਾਜ ਸੀ ਉਸ ਤੋਂ ਥੋੜਾ ਘੱਟ। Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, first kingdom Babylon ਪਹਿਲਾ ਸਾਮਰਾਜ ਬਾਬੁਲ ਸਾਮਰਾਜ and second kingdom called the Median Persian. ਅਤੇ ਦੂਜਾ ਮਾਦੀ ਅਤੇ ਫਾਰਸ ਦਾ ਸਾਮਰਾਜ ਹੈ। It is a kingdom of the not six it started. ਇਹ 606 ਈਸਾ ਪੂਰਵ ਤੋਂ ਸ਼ੁਰੂ ਹੋਇਆ And end 536. ਅਤੇ 536 ਦੇ ਵਿੱਚ ਇਹ ਸਮਾਪਤ ਹੋਇਆ। You can go and read 2 Kings 24 chapter first verse. ਅਤੇ ਤੁਸੀਂ ਦੂਜਾ ਰਾਜਾ 24 ਅਧਿਆਇ ਪਹਿਲੇ ਵਚਨ ਵਿੱਚ ਜਾ ਕੇ ਦੇਖ ਸਕਦੇ ਹੋ। Ezra first chapter first verse. ਇਸਰਾ ਦੀ ਕਿਤਾਬ ਪਹਿਲਾ ਅਧਿਆਇ ਪਹਿਲਾ ਵਚਨ। These two will explaining very clearly about the Median Persian. ਅਤੇ ਇਹ ਦੋਵੇਂ ਵਚਨ ਮਾਦੀ ਅਤੇ ਫਾਰਸ ਸਾਮਰਾਜ ਦੇ ਬਾਰੇ ਪੂਰੀ ਸਪਸ਼ਟਤਾ ਨਾਲ ਬਿਆਨ ਕਰਦੇ ਹਨ। What we are reading in the Daniel 7 chapter 5th verse. ਅਸੀਂ ਦਾਨੀਏਲ ਦੀ ਕਿਤਾਬ 7 ਅਧਿਆਇ 5 ਵਚਨ ਦੇ ਵਿੱਚ ਕੀ ਪੜ੍ਹਦੇ ਹਾਂ? And behold, another beast is second like a bear. ਅਤੇ ਫੇਰ ਕੀ ਵੇਖਦਾ ਹਾਂ, ਜੋ ਦੂਜਾ ਦਰਿੰਦਾ ਰਿਛ ਵਰਗਾ ਸੀ, And it is raised up itself on one side. ਅਤੇ ਉਹ ਇੱਕ ਪਾਸੇ ਵੱਲ ਖਲੋ ਗਿਆ।
and it had three ribs in the mouth, ਅਤੇ ਉਹਦੇ ਮੂੰਹ ਵਿੱਚ ਉਹਦੀਆਂ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। of it between the teeth of it. ਉਹਦੇ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। And they said thus unto it, ਅਤੇ ਉਹਨਾਂ ਨੇ ਉਸ ਨੂੰ ਆਖਿਆ arise and devour much flesh, ਕਿ ਉੱਠ ਔਰ ਢੇਰ ਸਾਰਾ ਮਾंस ਖਾ। much flesh. ਢੇਰ ਸਾਰਾ ਮਾंस ਖਾ। Dear child of God, we are seeing about the bear eating the flesh. ਪਰਮੇਸ਼ਰ ਦੇ ਪਿਆਰੇ ਬੱਚੇ, ਅਸੀਂ ਰਿਛ ਨੂੰ ਮਾंस ਖਾਂਦਾ ਹੋਇਆ ਦੇਖਦੇ ਹਾਂ। That bear ate three kingdoms, ruled the kingdoms. ਅਤੇ ਰਿਛ ਨੂੰ ਅਸੀਂ ਦੇਖਦੇ ਹਾਂ ਕਿ ਇਸ ਨੇ 3 ਰਾਜਾਂ ਦੇ ਉੱਤੇ ਰਾਜ ਕੀਤਾ। One is Babylon ਪਹਿਲਾ ਬਾਬੁਲ, and Libya ਲਿਡੀਆ and Egypt. ਤੇ ਮਿਸਰ। So they ruled that time. ਅਤੇ ਉਸ ਸਮੇਂ ਇਹਨੇ 3 ਰਾਜਾਂ ਦੇ ਉੱਤੇ ਰਾਜ ਕੀਤਾ। Just to explain the bear's eating. ਅਤੇ ਇਹ ਇਸ ਨੂੰ ਰਿਛ ਦੇ ਰੂਪ ਵਿੱਚ ਦਿਖਾਇਆ ਗਿਆ ਹੈ। Bear immediately catch the man ਅਤੇ ਰਿਛ ਤੁਰੰਤ ਮਨੁੱਖ ਨੂੰ ਪਕੜ ਲਏਗਾ and not eating at a time ਇੱਕੋ ਸਮੇਂ ਉਸੇ ਵੇਲੇ ਨਹੀਂ ਖਾਏਗਾ, and not killing also. ਉਸੇ ਵੇਲੇ ਮਾਰ ਨਹੀਂ ਦੇਵੇਗਾ। First of all, it will catch. ਪਹਿਲਾਂ ਉਸ ਨੂੰ ਪਕੜੇਗਾ, But it will catch ਪਹਿਲਾਂ ਇਸ ਨੂੰ ਪਕੜੇਗਾ and sucking with the tongue. ਅਤੇ ਜੀਭ ਦੇ ਨਾਲ ਉਸ ਨੂੰ ਚੂਸ ਲਏਗਾ। Our tongue like a small piece of the glass. ਅਤੇ ਉਸ ਦੀ ਜੀਭ ਜੋ ਹੈ ਛੋਟੇ ਸ਼ੀਸ਼ੇ ਦੇ ਟੁਕੜੇ ਵਰਗੀ ਹੈ। Going on sucking the body. ਲਗਾਤਾਰ ਸਰੀਰ ਦਾ ਖੂਨ ਚੂਸ ਲੈਂਦਾ ਹੈ। Going on sucking the body little by little, sucking the blood. ਅਤੇ ਥੋੜਾ ਥੋੜਾ ਕਰਕੇ ਸਰੀਰ ਦਾ ਸਾਰਾ ਖੂਨ ਚੂਸ ਲੈਂਦਾ ਹੈ। After that only it will he will kill that. ਬਾਅਦ ਦੇ ਵਿੱਚ ਇਸ ਨੂੰ ਕੁਚਲ ਕੇ ਮਾਰ ਕੇ ਖਾਏਗਾ। That is experience of the bear eating. ਅਤੇ ਇਹ ਰਿਛ ਕਿਸ ਤਰ੍ਹਾਂ ਆਪਣੇ ਸ਼ਿਕਾਰ ਨੂੰ ਖਾਂਦਾ ਹੈ ਉਸ ਦੇ ਬਾਰੇ ਦੱਸਿਆ ਹੈ। So these kingdoms also having that power. ਇਸ ਤਰ੍ਹਾਂ ਇਸ ਸਾਮਰਾਜ ਦੇ ਵਿੱਚ ਵੀ ਬਹੁਤ ਵੱਡੀ ਸ਼ਕਤੀ ਹੈ। Three kingdoms are in power. ਅਤੇ ਇਹ 3 ਸਾਮਰਾਜ ਜੋ ਹਨ ਸ਼ਕਤੀ ਦੇ ਵਿੱਚ ਹਨ। They ruled the whole world. ਉਹਨਾਂ ਨੇ ਸਾਰੇ ਸੰਸਾਰ ਦੇ ਉੱਤੇ ਰਾਜ ਕੀਤਾ। After Nebuchadnezzar, ਰਾਜਾ ਨਬੂਕਦਨੇਸਰ ਤੋਂ ਬਾਅਦ his son Belshazzar ruling the Babylon. ਉਸ ਤੋਂ ਬਾਅਦ ਉਸਦੇ ਪੁੱਤਰ ਬੇਲਸ਼ਸਰ ਨੇ ਬਾਬੁਲ ਦੇ ਉੱਤੇ ਰਾਜ ਕੀਤਾ। In the three kingdoms I am telling about the Babylon. ਬਾਬੁਲ ਦੇ 3 ਸਾਮਰਾਜਾਂ ਦੇ ਬਾਰੇ ਮੈਂ ਦੱਸਾਂ। That is son of the Nebuchadnezzar, Belshazzar. ਅਤੇ ਉਹ ਬਾਬੁਲ ਨਬੂਕਦਨੇਸਰ ਦੇ ਪੁੱਤਰ ਬੇਲਸ਼ਸਰ ਦੇ ਬਾਰੇ। What happened to the Belshazzar? ਬੇਲਸ਼ਸਰ ਨੂੰ ਕੀ ਹੋਇਆ? How the judgment came upon him? ਕਿਸ ਤਰ੍ਹਾਂ ਪਰਮੇਸ਼ਰ ਦਾ ਨਿਆਂ ਉਸ ਦੇ ਉੱਤੇ ਆਇਆ? Dear child of God, that man brought the vessels from the Jerusalem temple. ਪਰਮੇਸ਼ਰ ਦੇ ਪਿਆਰੇ ਬੱਚਿਓ, ਉਹ ਯਰੂਸ਼ਲਮ ਦੇ ਵਿੱਚੋਂ ਪਰਮੇਸ਼ਰ ਦੇ ਭਵਨ ਵਿੱਚੋਂ ਉਸ ਦੇ ਪਰਮੇਸ਼ਰ ਦੇ ਘਰ ਦੇ ਭਾਂਡੇ ਚੁੱਕ ਲਿਆਇਆ। He brought the vessel from the temple of God. ਉਹ ਪਰਮੇਸ਼ਰ ਦੇ ਭਵਨ ਦੇ ਵਿੱਚੋਂ ਪਰਮੇਸ਼ਰ ਦੇ ਭਾਂਡਿਆਂ ਨੂੰ ਚੁੱਕ ਲਿਆਇਆ। That is a house of God. ਉਹ ਪਰਮੇਸ਼ਰ ਦੇ ਘਰ ਦੇ ਵਿੱਚੋਂ And he and his princess, ਉਹ ਅਤੇ ਉਸਦੇ ਰਾਜਕੁਮਾਰਾਂ ਨੇ, wives, ਉਹਨਾਂ ਦੀਆਂ ਪਤਨੀਆਂ ਨੇ, concubines, ਉਸ ਦੀਆਂ ਰਖੇਲੀਆਂ ਨੇ, drunk the wine in the vessels of God. ਉਹਨਾਂ ਨੇ ਪਰਮੇਸ਼ਰ ਦੇ ਘਰ ਦੇ ਬਰਤਨਾਂ ਦੇ ਵਿੱਚ ਸ਼ਰਾਬ ਪੀਤੀ। Then was the part of the hand sent from him. ਅਤੇ ਫਿਰ ਪਰਮੇਸ਼ਰ ਦੇ ਵੱਲੋਂ ਇੱਕ ਹੱਥ ਭੇਜਿਆ ਗਿਆ। Here we are seeing what he sinned against God. ਇੱਥੇ ਅਸੀਂ ਵੇਖਦੇ ਹਾਂ ਕਿ ਉਹਨੇ ਪਰਮੇਸ਼ਰ ਦੇ ਵਿਰੁੱਧ ਕੀ ਪਾਪ ਕੀਤਾ। He defiled the vessels of the Jerusalem temple of God. ਉਸ ਨੇ ਯਰੂਸ਼ਲਮ ਦੇ ਪਰਮੇਸ਼ਰ ਦੇ ਭਵਨ ਦੇ ਪਾਤਰਾਂ ਨੂੰ ਭ੍ਰਿਸ਼ਟ ਕੀਤਾ। Nebuchadnezzar kept very safely in the temple of God. ਰਾਜਾ ਨਬੂਕਦਨੇਸਰ ਨੇ ਉਸ ਨੂੰ ਸੁਰੱਖਿਅਤ ਪਰਮੇਸ਼ਰ ਦੇ ਆਪਣੇ ਦੇਵਤੇ ਦੇ ਭਵਨ ਦੇ ਵਿੱਚ ਰੱਖਿਆ ਸੀ। But he exalted himself. ਪਰ ਉਸਨੇ ਆਪਣੇ ਆਪ ਨੂੰ ਉੱਚਾ ਚੁੱਕਿਆ Because he is a Gentile, ਕਿਉਂਕਿ ਉਹ ਗੈਰ ਕੌਮ ਸੀ। he do not know the value of the Almighty God. ਅਤੇ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਕਦਰ ਨਹੀਂ ਜਾਣਦਾ ਸੀ। Every believer and worker must be very careful to listen that. ਸਾਰੇ ਸੇਵਕਾਂ ਦੇ ਵਿਸ਼ਵਾਸੀਆਂ ਨੂੰ ਇਹ ਸੁਣਨ ਲਈ ਬਹੁਤ ਹੀ ਧਿਆਨਪੂਰਵਕ ਰਹਿਣਾ ਚਾਹੀਦਾ ਹੈ। If you are defiled the vessels of the temple of God, ਜੇਕਰ ਤੁਸੀਂ ਪਰਮੇਸ਼ਰ ਦੇ ਭਵਨ ਦੇ ਪਾਤਰਾਂ ਨੂੰ ਭ੍ਰਿਸ਼ਟ ਕਰੋਗੇ ਤਾਂ you will be judged by God.
ਤਾਂ ਤੁਹਾਡਾ ਪਰਮੇਸ਼ਰ ਦੇ ਵੱਲੋਂ ਨਿਆਂ ਕੀਤਾ ਜਾਏਗਾ। What is the meaning of the vessels? ਬਰਤਨਾਂ ਦਾ ਕੀ ਅਰਥ ਹੈ? That is the believers and workers. ਉਹ ਸੇਵਕ ਅਤੇ ਵਿਸ਼ਵਾਸੀ ਹਨ। So many people, they are misusing the believers and workers. ਬਹੁਤ ਸਾਰੇ ਲੋਕ ਸੇਵਕਾਂ ਅਤੇ ਵਿਸ਼ਵਾਸੀਆਂ ਦਾ ਦੁਰਉਪਯੋਗ ਕਰਦੇ ਹਨ। They have no fear at all. ਉਹਨਾਂ ਨੂੰ ਬਿਲਕੁਲ ਵੀ ਡਰ ਨਹੀਂ ਹੈ। They are using the vessels of God for their sake. ਉਹ ਆਪਣੇ ਲਾਭ ਦੇ ਲਈ ਪਰਮੇਸ਼ਰ ਦੇ ਭਵਨ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਹਨ। So many workers and believers, they are using the vessel of God for their flesh and their enjoyments. ਬਹੁਤ ਸਾਰੇ ਲੋਕ ਪਰਮੇਸ਼ਰ ਦੇ ਭਵਨ ਦੇ ਪਾਤਰਾਂ ਜਾਂ ਸੇਵਕਾਂ ਤੇ ਵਿਸ਼ਵਾਸੀਆਂ ਨੂੰ ਆਪਣੇ ਲਾਭ ਜਾਂ ਆਪਣੇ ਸਵਾਰਥ ਲਈ ਇਸਤੇਮਾਲ ਕਰਦੇ ਹਨ। That's why we have to be very careful not to touch anyone, not to use any vessel for your sake. You have to use them for God's sake. ਇਸ ਕਰਕੇ ਸਾਨੂੰ ਬਹੁਤ ਹੀ ਧਿਆਨਪੂਰਵਕ ਰਹਿਣਾ ਚਾਹੀਦਾ ਹੈ। ਪਰਮੇਸ਼ਰ ਦੇ ਕਿਸੇ ਭਵਨ ਦੇ ਪਾਤਰ ਨੂੰ ਆਪਣੇ ਲਈ ਜਾਂ ਆਪਣੇ ਲਾਭ ਦੇ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ, ਉਸ ਨੂੰ ਛੂਣਾ ਨਹੀਂ ਚਾਹੀਦਾ। Workers sinning and doing the filthy things in their life. ਸੇਵਕ ਅਤੇ ਵਿਸ਼ਵਾਸੀ ਇਸ ਤਰ੍ਹਾਂ ਗਲਤ ਪਾਪ ਕਰਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਹਨ। They are using the vessels of God for their sake. ਉਹ ਪਰਮੇਸ਼ਰ ਦੇ ਭਵਨ ਦੇ ਪਾਤਰਾਂ ਨੂੰ ਆਪਣੇ ਲਾਭ ਦੇ ਲਈ ਆਪਣੇ ਸਵਾਰਥ ਲਈ ਇਸਤੇਮਾਲ ਕਰਦੇ ਹਨ। That's why judgment came to the Belshazzar. ਇਸ ਕਰਕੇ ਬੈਲਸ਼ਸਰ ਤੇ ਪਰਮੇਸ਼ਰ ਦਾ ਨਿਆਂ ਆਇਆ। Then was the part of the hand sent from Lord. ਫਿਰ ਪਰਮੇਸ਼ਰ ਦੇ ਵੱਲੋਂ ਪਰਮੇਸ਼ਰ ਦੇ ਹੱਥ ਦੀਆਂ ਉਂਗਲੀਆਂ ਪ੍ਰਗਟ ਹੋਈਆਂ। And this written was writing was written. ਅਤੇ ਕੰਧ ਦੇ ਉੱਤੇ ਇੱਕ ਲਿਖਤ ਲਿਖੀ ਗਈ। And this is the writing that was written, mene tekel upasin. ਅਤੇ ਜੋ ਲਿਖਤ ਲਿਖੀ ਗਈ ਸੀ ਉਹ ਇਹ ਸੀ, ਮਨੇ ਤਕੇਲ ਉਫਸੀਨ। 5th chapter 25th 5:25 5:45. 25 25 5:25 ਵਚਨ। ਅਤੇ ਲਿਖਤ ਜੋ ਲਿਖੀ ਗਈ ਸੋ ਇਹ ਹੈ, ਮਨੇ ਤਕੇਲ ਉਫਰਸੀਨ। ਅਤੇ ਮਨੇ ਪਦ ਦਾ ਅਰਥ ਹੈ ਪਰਮੇਸ਼ਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹਦਾ ਸ਼ੇਕੜ ਕਰ ਦਿੱਤਾ। ਤਕੇਲ ਦਾ ਇਹ ਅਰਥ ਹੈ ਜੋ ਤੂੰ ਤੱਕੜੀ ਵਿੱਚ ਤੋਲਿਆ ਗਿਆ ਅਤੇ ਘੱਟ ਨਿਕਲਿਆ। ਪ੍ਰੇਸ ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆ ਔਰ ਫਾਰਸੀਆਂ ਨੂੰ ਦਿੱਤਾ ਗਿਆ। And this is the writing that was written, mene tekel upasin. This is the interpretation of the thing. Mene, God hath numbered thy kingdom and finished it. Tekel, thou art weighed in the balance and art found wanting. Peres, thy kingdom is divided and given to the Medes and Persians. So here only God judged the Belshazzar. ਇੱਥੇ ਹੀ ਪਰਮੇਸ਼ਰ ਨੇ ਬੈਲਸ਼ਸਰ ਦਾ ਨਿਆਂ ਕੀਤਾ। God hath numbered thy kingdom and finished it. ਪਰਮੇਸ਼ਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਤੇ ਉਹਦਾ ਛੇਕੜ ਕਰ ਦਿੱਤਾ। Dear child of God, don't forget that God will number our lives. ਪਰਮੇਸ਼ਰ ਦੇ ਪਿਆਰੇ ਬੱਚੋ, ਇਹ ਭੁੱਲਣਾ ਨਹੀਂ, ਪਰਮੇਸ਼ਰ ਸਾਡੀ ਜੀਵਨ ਦਾ ਲੇਖਾ ਕਰੇਗਾ। God will ask account of everyone. ਪਰਮੇਸ਼ਰ ਸਾਡੇ ਹਰੇਕ ਦਾ ਲੇਖਾ ਮੰਗੇਗਾ। Whatever vain words you are speaking, that will come to the account. ਅਤੇ ਅਸੀਂ ਜੋ ਵੀ ਅਕਾਰਥ ਸ਼ਬਦ ਬੋਲਦੇ ਹਾਂ ਉਸ ਦਾ ਲੇਖਾ ਲਿਆ ਜਾਏਗਾ। Whatever sin you do against God, it will be counted. ਪਰਮੇਸ਼ਰ ਦੇ ਵਿਰੁੱਧ ਜੋ ਵੀ ਪਾਪ ਕਰੋਗੇ ਉਸ ਦਾ ਲੇਖਾ ਕੀਤਾ ਜਾਏਗਾ। When it numbered, that time you are punished by God. ਜਦ ਇਸ ਦਾ ਲੇਖਾ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਪਰਮੇਸ਼ਰ ਦੇ ਵੱਲੋਂ ਤੁਸੀਂ ਦੰਡ ਪਾਓਗੇ। So every time we must careful about our life. ਸਾਨੂੰ ਹਮੇਸ਼ਾ ਆਪਣੇ ਜੀਵਨ ਦੇ ਬਾਰੇ ਧਿਆਨਪੂਰਵਕ ਰਹਿਣਾ ਚਾਹੀਦਾ ਹੈ। What is the meaning of tekel? ਤਕੇਲ ਦਾ ਕੀ ਅਰਥ ਹੈ? Thou art weighed in the balance. ਜੋ ਤੂੰ ਤੱਕੜੀ ਵਿੱਚ ਤੋਲਿਆ ਗਿਆ। So we are seeing the balance everywhere. ਅਸੀਂ ਹਰੇਕ ਜਗ੍ਹਾ ਤੇ ਖਾਸ ਕਰਕੇ ਕਚਹਿਰੀ ਦੇ ਵਿੱਚ ਤੱਕੜੀ ਨੂੰ ਦੇਖਦੇ ਹਾਂ। Especially in the hands of the advocate and judge. ਖਾਸ ਕਰਕੇ ਅਸੀਂ ਜੱਜ ਜਾਂ ਨਿਆਂਧੀਸ਼ ਦੇ ਹੱਥ ਦੇ ਵਿੱਚ ਅਸੀਂ ਤੱਕੜੀ ਨੂੰ ਦੇਖਦੇ ਹਾਂ। If they done any wrong judgment, God will take the account. ਜੇਕਰ ਉਹ ਗਲਤ ਨਿਆਂ ਕਰਨਗੇ ਤਾਂ ਪਰਮੇਸ਼ਰ ਉਹਨਾਂ ਦੇ ਕੋਲੋਂ ਲੇਖਾ ਲਏਗਾ। Dear child of God, our lives will be weighed in the balance. ਪਰਮੇਸ਼ਰ ਦੇ ਪਿਆਰੇ ਬੱਚਿਓ, ਸਾਡਾ ਜੀਵਨ ਤੱਕੜੀ ਵਿੱਚ ਤੋਲਿਆ ਜਾਏਗਾ। In art, wanting the
things according to the word of God. ਆ ਤੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੋ ਤੂੰ ਤੱਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। Psalm 62:9 what says? 62 ਜ਼ਬੂਰ 9 ਵਚਨ ਕੀ ਕਹਿੰਦਾ ਹੈ? Men of low degree ਅਤੇ ਜੋ ਨੀਚ ਲੋਕ ਹੁੰਦੇ ਹਨ and high degree ਅਤੇ ਉੱਚੇ ਪਦ ਵਾਲੇ ਹੁੰਦੇ ਹਨ, and vanity and lie ਜਿਹੜੇ ਝੂਠ ਅਤੇ ਵਿਅਰਥਤਾ ਤੇ ਵਿਸ਼ਵਾਸ ਕਰਦੇ ਹਨ, to be laid in the balance. ਤੱਕੜੀ ਵਿੱਚ ਉਤਾਂ ਛੱਡ ਜਾਂਦੇ ਹਨ। Dear child of God, God is a righteous God. ਪਰਮੇਸ਼ਰ ਦੇ ਪਿਆਰੇ ਬੱਚਿਓ, ਪਰਮੇਸ਼ਰ ਧਰਮੀ ਸੱਚਾ ਨਿਆਂਈ ਪਰਮੇਸ਼ਰ ਹੈ। Don't come unto the balance, escape from that. ਕਿ ਕਿਰਪਾ ਕਰਕੇ ਉਸ ਦੇ ਨਿਆਂ ਦੇ ਵਿੱਚ ਜਾਂ ਤੱਕੜੀ ਵਿੱਚ ਤੋਲੇ ਜਾਣ ਲਈ ਨਾ ਹੋ, ਸਗੋਂ ਉਸ ਤੋਂ ਬਚ ਜਾਓ। In one word I can say, ਮੈਂ ਇੱਕ ਸ਼ਬਦ ਦੇ ਵਿੱਚ ਕਹਿ ਸਕਦਾ ਹਾਂ, lie and vanity will come to the balance. ਝੂਠ ਅਤੇ ਮਿਥਿਆ ਤੱਕੜੀ ਵਿੱਚ ਤੋਲਿਆ ਜਾਏਗਾ। Nowadays people lie like a drinking water. ਇਹਨਾਂ ਦਿਨਾਂ ਦੇ ਵਿੱਚ ਲੋਕ ਪਾਣੀ ਪੀਣ ਦੀ ਤਰ੍ਹਾਂ ਝੂਠ ਬੋਲਦੇ ਹਨ। Morning to evening they are going on lying. ਸਵੇਰ ਤੋਂ ਸ਼ਾਮ ਤੱਕ ਲਗਾਤਾਰ ਝੂਠ ਬੋਲਦੇ ਰਹਿੰਦੇ ਹਨ। And they are very, very busy in the vanity. ਅਤੇ ਉਹ ਮਿਥਿਆ ਦੇ ਵਿੱਚ ਬਹੁਤ ਹੀ ਰੁੱਝੇ ਰਹਿੰਦੇ ਹਨ। They are vanity. They are busy in the vanity only. ਉਹ ਮਿਥਿਆ ਜਾਂ ਵਿਅਰਥਤਾ ਦੇ ਵਿੱਚ ਰੁੱਝੇ ਰਹਿੰਦੇ ਹਨ। Whosoever doing like this, they will come to the under the balance. ਅਤੇ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਤੱਕੜੀ ਵਿੱਚ ਤੋਲਿਆ ਜਾਏਗਾ। What is upasan? ਅਤੇ ਉਫਸੀਨ ਦਾ ਕੀ ਅਰਥ ਹੈ? Upasan, thy kingdom is divided and given to the Media and Persians. ਉਫਸੀਨ ਦਾ ਅਰਥ ਹੈ ਕਿ ਤੇਰਾ ਰਾਜ ਤੋਲਿਆ ਗਿਆ ਅਤੇ ਉਹ ਮਾਦੀਆਂ ਤੇ ਫਾਰਸੀਆਂ ਨੂੰ ਦਿੱਤਾ ਗਿਆ। So one hand came and write upon the wall. ਇੱਕ ਹੱਥ ਆਇਆ ਤੇ ਉਸਨੇ ਕੰਧ ਦੇ ਉੱਤੇ ਲਿਖਿਆ। Belshazzar done the wrong thing. God judged him. ਬੈਲਸ਼ਸਰ ਨੇ ਜੋ ਗਲਤੀ ਕੀਤੀ ਪਰਮੇਸ਼ਰ ਨੇ ਉਸ ਦਾ ਨਿਆਂ ਕੀਤਾ। And God killed by somebody. ਪਰਮੇਸ਼ਰ ਨੇ ਉਸ ਨੂੰ ਕਿਸੇ ਦੇ ਦੁਆਰਾ ਮਾਰ ਦਿੱਤਾ। Dear child of God, we should not be taken the vessels of God and used for your sake. ਪਰਮੇਸ਼ਰ ਦੇ ਪਿਆਰੇ ਬੱਚੇ, ਸਾਨੂੰ ਪਰਮੇਸ਼ਰ ਦੇ ਭਵਨ ਦੇ ਬਰਤਨਾਂ ਨੂੰ ਲੈ ਕੇ ਆਪਣੇ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ। What is the balance? ਤੱਕੜੀ ਕੀ ਹੈ? So why God divided that? ਪਰਮੇਸ਼ਰ ਨੇ ਕਿਉਂ ਉਸੇ ਰਾਜ ਨੂੰ ਵੰਡ ਦਿੱਤਾ? Jeremiah 50 chapter 29 to 32. ਯਿਰਮੀਆ ਦੀ ਕਿਤਾਬ 5ਵਾਂ ਅਧਿਆਇ ਉਹ ਵਚਨ ਪੜਾਂਗੇ। Jeremiah 50 chapter 50. ਜਾਂ ਯਿਰਮੀਆ ਦੀ ਕਿਤਾਬ 15 ਅਧਿਆਇ 50 ਵਚਨ 50 ਦਾ 29 to 32. 29 ਤੋਂ ਲੈ ਕੇ 32 ਵਚਨ। ਉਹ ਤਣਕ ਦੇ ਘਾਗਾਂ ਨੂੰ ਸਾਰੇ ਜਿਹੜੇ ਤਣਕ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਉਸ ਦੇ ਆਲੇ ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ। ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ, ਉਹਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ। ਕਿਉਂ ਜੋ ਉਸ ਯਹੋਵਾ ਦੇ ਵਿਰੁੱਧ ਹੰਕਾਰ ਕੀਤਾ, ਇਸਰਾਇਲ ਦੇ ਪਵਿੱਤਰ ਪੁਰਖ ਦੇ ਵਿਰੁੱਧ, ਇਸ ਲਈ ਉਸ ਦੇ ਚੁਗਵੇਂ ਉਸ ਦੇ ਚੌਂਕਾਂ ਵਿੱਚ ਡਿੱਗਣਗੇ ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ। ਯਹੋਵਾ ਦਾ ਵਾਕ ਹੈ। Sam is not permitting ਸਮਾਂ ਇਜਾਜ਼ਤ ਨਹੀਂ ਦੇ ਰਿਹਾ। because of the pride upon Lord. ਪ੍ਰਭੂ ਦੇ ਉੱਤੇ ਘਮੰਡ ਦੀ ਵਜ੍ਹਾ ਕਰਕੇ Jehovah Lord divided the Babylon ਅਤੇ ਯਹੋਵਾ ਪਰਮੇਸ਼ਰ ਨੇ ਬਾਬਲ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ and hand over to the Median and Persia. ਅਤੇ ਮਾਦੀ ਅਤੇ ਫਾਰਸੀਆਂ ਨੂੰ ਦੇ ਦਿੱਤਾ। It is written in the Jeremiah 1st chapter 1st verse. ਇਹ ਯਿਰਮੀਆ ਦੀ ਕਿਤਾਬ ਪਹਿਲਾ ਅਧਿਆਇ ਪਹਿਲੇ ਵਚਨ ਵਿੱਚ ਲਿਖਿਆ ਹੈ। Daniel 9th chapter 1st verse. ਦਾਨੀਏਲ ਦੀ ਕਿਤਾਬ 9 ਅਧਿਆਇ ਪਹਿਲਾ ਵਚਨ। Daniel 6th chapter 28th verse. ਦਾਨੀਏਲ ਦੀ ਕਿਤਾਬ 6 ਅਧਿਆਇ 28 ਵਚਨ। There we are seeing the kings of the Media and Persia. ਉਸ ਦੇ ਵਿੱਚ ਅਸੀਂ ਮਾਦੀਆਂ ਅਤੇ ਫਾਰਸੀਆਂ ਦੇ ਰਾਜਿਆਂ ਦੇ ਬਾਰੇ ਦੇਖਦੇ ਹਾਂ। Read Daniel 6 chapter 28. ਪੜਾਂਗੇ ਦਾਨੀਏਲ ਦੀ ਕਿਤਾਬ 6 ਅਧਿਆਇ 28 ਵਚਨ। So this Daniel prospered in the reign of Darius and in the reign of Cyrus the Persian. ਸੋ ਇਹ ਦਾਨੀਏਲ ਦਾਰਾ ਦੇ ਰਾਜ ਅਤੇ ਖੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ। Cyrus Persian. ਅਤੇ ਖੋਰਸ ਜੋ ਫਾਰਸ ਦਾ ਰਾਜਾ ਸੀ। And Darius. ਦਾਰਾ ਰਾਜਾ। Daniel 9th chapter 1st verse. ਦਾਨੀਏਲ ਦੀ ਕਿਤਾਬ 9 ਅਧਿਆਇ ਪਹਿਲਾ ਵਚਨ। ਆਸ਼ਵਰੇਸ਼ ਦੇ ਪੁੱਤਰ ਦਾਰਾ ਦੇ ਪਹਿਲੇ ਵਰੇ ਵਿੱਚ ਜੋ ਮਾਦੀ ਵੰਸ਼ ਦਾ ਸੀ, ਨਾਲੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ। In the first year of Darius the son of Ahasuerus of the seed of the Medes, which was made king over the realm of the Chaldeans. Here we are seeing ਇੱਥੇ ਅਸੀਂ ਵੇਖਦੇ ਹਾਂ
Media king Darius ਇੱਥੇ ਅਸੀਂ ਵੇਖਦੇ ਹਾਂ ਦਾਰਾ ਦੇ ਪਹਿਲੇ ਵਰੇ ਵਿੱਚ ਜੋ ਮਾਦੀ ਵੰਸ਼ਜ ਸੀ and Persian king is Cyrus Koresh. ਅਤੇ ਖੋਰੂਸ ਜੋ ਸੀ ਉਹ ਫਾਰਸ ਦਾ ਰਾਜਾ ਸੀ He conquered the whole world. ਇਹਨਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ God gave the power to them to conquer the whole world. ਪਰਮੇਸ਼ਰ ਨੇ ਉਹਨਾਂ ਨੂੰ ਸਾਰੇ ਸੰਸਾਰ ਨੂੰ ਜਿੱਤਣ ਦੇ ਲਈ ਸਮਰੱਥਾ ਦਿੱਤੀ Daniel 6 chapter 28 verse says, ਦਾਨੀਏਲ ਦੀ ਕਿਤਾਬ 6 ਦੇ 28 ਵਚਨ ਕਹਿੰਦਾ ਹੈ so this Daniel ਇਹ ਦਾਨੀਏਲ Prospered. prospered in the reign of the Darius and Cyrus. in the reign of the Cyrus. ਸੋ ਇਹ ਦਾਨੀਏਲ ਦਾਰਾ ਦੇ ਰਾਜ ਅਤੇ ਖੋਰੂਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ Darius and Persian. ਇਹ ਦਾਰਾ ਦਾ ਰਾਜ ਜੋ ਮਾਦੀ ਸੀ ਅਤੇ ਖੋਰੂਸ ਜੋ ਫਾਰਸ ਦੇ ਰਾਜ ਵਿੱਚ ਭਾਗਵਾਨ ਹੋਇਆ Reign of the Cyrus and the Persian. ਖੋਰੂਸ ਜੋ ਫਾਰਸ ਦਾ ਰਾਜਾ ਸੀ In the two kingdoms, Daniel prospered and exalted by kings. ਅਤੇ ਇਹਨਾਂ ਦੋ ਰਾਜਾਂ ਦੇ ਵਿੱਚ ਮਾਦੀ ਅਤੇ ਫਾਰਸ ਦੇ ਰਾਜ ਦੇ ਵਿੱਚ ਭਾਗਵਾਨ ਹੋਇਆ So Daniel preferred the president. ਦਾਨੀਏਲ ਜੋ ਸੀ ਉਹ ਰਾਸ਼ਟਰਪਤੀ ਦੇ ਪਦ ਤੱਕ ਉੱਚਾ ਕੀਤਾ ਗਿਆ Daniel was preferred. ਦਾਨੀਏਲ ਨੂੰ ਉੱਤਮ ਸਮਝਿਆ ਗਿਆ The president, they want to make him president. ਉਹਨਾਂ ਨੇ ਉਸ ਨੂੰ ਰਾਸ਼ਟਰਪਤੀ ਬਣਾਉਣਾ ਚਾਹਿਆ But what happened? ਪਰ ਕੀ ਹੋਇਆ The other presidents and princes, because an excellent spirit of Daniel, ਅਤੇ ਇਹ ਜੋ ਦੂਜੇ ਮੰਤਰੀ ਸਨ ਦਾਨੀਏਲ ਦੇ ਇਸ ਉੱਤਮ ਆਤਮਾ ਦੀ ਵਜ੍ਹਾ ਕਰਕੇ they want to destroy the Daniel. ਉਹ ਦਾਨੀਏਲ ਨੂੰ ਨਾਸ਼ ਕਰਨਾ ਚਾਹੁੰਦੇ ਸਨ Because Daniel having the excellent spirit. ਕਿਉਂਕਿ ਦਾਨੀਏਲ ਦੇ ਅੰਦਰ ਦੇਵਤਿਆਂ ਦਾ ਉੱਤਮ ਆਤਮਾ ਸੀ And the king thought to set him over the whole kingdom. ਅਤੇ ਰਾਜੇ ਨੇ ਉਸ ਨੂੰ ਸਾਰੇ ਸਾਮਰਾਜ ਦੇ ਉੱਤੇ ਉੱਚਾ ਕਰਨਾ ਚਾਹਿਆ This we have to understand. ਇਹ ਅਸੀਂ ਸਮਝਣਾ ਹੈ If our King Lord Jesus want to exalt you and make a president kings like a prime ministers, ਜੇਕਰ ਸਾਡਾ ਰਾਜਾ ਪ੍ਰਭੂ ਯਿਸੂ ਮਸੀਹ ਤੁਹਾਨੂੰ ਉੱਚਾ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ ਰਾਸ਼ਟਰਪਤੀ ਪਦ ਤੱਕ ਜਾਂ ਹੋਰ ਉੱਚੇ ਪਦ ਤੱਕ ਲੈ ਕੇ ਜਾਣਾ ਚਾਹੁੰਦਾ ਹੈ but same time in the world you have the persecution. ਪਰ ਉਸੇ ਸਮੇਂ ਸੰਸਾਰ ਵਿੱਚ ਸਾਡੇ ਲਈ ਕਲੇਸ਼ ਹੋਏਗਾ Presidents and princes, they want to destroy the Daniel. ਅਤੇ ਉਹ ਜੋ ਸਰਦਾਰ ਅਤੇ ਹਾਕਮ ਸਨ ਉਹਨਾਂ ਨੇ ਦਾਨੀਏਲ ਨੂੰ ਨਾਸ਼ ਕਰਨਾ ਚਾਹਿਆ When you read the Daniel 6 chapter 4th verse, ਜਦ ਅਸੀਂ ਦਾਨੀਏਲ ਦੀ ਕਿਤਾਬ 6 ਅਧਿਆਇ 4 ਵਚਨ ਪੜ੍ਹਦੇ ਹਾਂ that time presidents and princes sought to find Occasions against. accusation Occasion. against Daniel concerning kingdom. ਤਦ ਉਹਨਾਂ ਮਨਸਬਦਾਰਾਂ ਤੇ ਪ੍ਰਧਾਨਾਂ ਨੇ ਚਾਹਿਆ ਭਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਏਲ ਉਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ But they could not find none occasion for fault. ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ This happening in the world. ਇਹ ਸੰਸਾਰ ਦੇ ਵਿੱਚ ਹੁੰਦਾ ਹੈ This happening to the children of God ਇਹ ਪਰਮੇਸ਼ਰ ਦੇ ਬੱਚਿਆਂ ਦੇ ਨਾਲ ਹੁੰਦਾ ਹੈ who having the excellent spirit, ਜਿਨ੍ਹਾਂ ਦੇ ਅੰਦਰ ਦੇਵਤਿਆਂ ਦਾ ਉੱਤਮ ਆਤਮਾ ਹੈ whosoever having the full of the spirit, ਜਿਹੜੇ ਪਰਮੇਸ਼ਰ ਦੇ ਆਤਮਾ ਨਾਲ ਭਰਪੂਰ ਹੁੰਦੇ ਹਨ who are living for God. ਜਿਹੜੇ ਪਰਮੇਸ਼ਰ ਦੇ ਲਈ ਜਿਉਂਦੇ ਹਨ Don't forget that all will sort you to any fault in your life. ਇਹ ਨਾ ਸੋਚੋ ਕਿ ਕੋਈ ਵੀ ਤੁਹਾਡੇ ਜੀਵਨ ਦੇ ਵਿੱਚ ਦੋਸ਼ ਲੱਭਣਾ ਨਹੀਂ ਚਾਹੀਦਾ People will find out any type of the fault in you. ਲੋਕ ਤੁਹਾਡੇ ਵਿੱਚ ਕਿਸੇ ਕਿਸਮ ਦਾ ਦੋਸ਼ ਲੱਭਣ ਦੀ ਕੋਸ਼ਿਸ਼ ਕਰਨਗੇ So when you have the full of the spirit, ਜਦ ਤੁਸੀਂ ਆਤਮਾ ਨਾਲ ਭਰਪੂਰ ਹੋਵੋਗੇ so people will raise against you. ਲੋਕ ਤੁਹਾਡੇ ਵਿਰੁੱਧ ਖੜੇ ਹੋਣਗੇ Anyhow they want to find out one fault in your life. ਕਿਸੇ ਵੀ ਤਰ੍ਹਾਂ ਉਹ ਤੁਹਾਡੇ ਜੀਵਨ ਦੇ ਵਿੱਚ ਇੱਕ ਨਾ ਇੱਕ ਦੋਸ਼ ਲੱਭਣ ਦੀ ਕੋਸ਼ਿਸ਼ ਕਰਨਗੇ In my life experience, in my life, ਇਹ ਮੇਰੇ ਜੀਵਨ ਦਾ ਤਜਰਬਾ ਹੈ how the Pharisees and scribe and all others
want to find out the fault in Lord Jesus Christ. ਜਿਸ ਤਰ੍ਹਾਂ ਫਰੀਸੀਆਂ ਸਦੂਕੀਆਂ ਤੇ ਸ਼ਾਸਤਰੀਆਂ ਨੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਵਿੱਚ ਦੋਸ਼ ਲੱਭਣਾ ਚਾਹਿਆ, For smallest thing they want to find out the fault. ਉਹ ਛੋਟੀ ਤੋਂ ਛੋਟੀ ਗੱਲ ਵਿੱਚ ਉਸ ਦੇ ਵਿੱਚ ਦੋਸ਼ ਲੱਭਣਾ ਚਾਹੁੰਦੇ ਸਨ। In my life I experienced. ਮੈਂ ਆਪਣੇ ਜੀਵਨ ਦੇ ਵਿੱਚ ਇਹ ਤਜਰਬਾ ਕੀਤਾ ਹੈ। Anyhow, servants of God, believers, they want to find out any type of the fault. ਕਿਸੇ ਵੀ ਤਰ੍ਹਾਂ ਸੇਵਕ ਅਤੇ ਵਿਸ਼ਵਾਸੀ ਜੀਵਨ ਦੇ ਵਿੱਚ ਕੋਈ ਨਾ ਕੋਈ ਦੋਸ਼ ਲੱਭਣਾ ਚਾਹੁੰਦੇ ਹਨ। The same manner, the princes and presidents all gather, make the order one order. ਆ ਤੇ ਇਸ ਤਰ੍ਹਾਂ ਸਾਰੇ ਮਨਸਬਦਾਰਾਂ ਤੇ ਪ੍ਰਧਾਨਾਂ ਨੇ ਇਕੱਠੇ ਹੋ ਕੇ ਉਸ ਦੇ ਵਿਰੁੱਧ ਇੱਕ ਫਰਮਾਨ ਜਾਰੀ ਕਰਨਾ ਚਾਹਿਆ। They went to the king ਉਹ ਰਾਜੇ ਦੇ ਕੋਲ ਗਏ and told that no one should worship any gods except you. ਆ ਤੇ ਉਹਨਾਂ ਨੇ ਕਿਹਾ ਕਿ ਹੇ ਮਹਾਰਾਜ 30 ਦਿਨਾਂ ਤੱਕ ਤੁਹਾਡੇ ਤੋਂ ਸਿਵਾ ਕੋਈ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨਾ ਚਾਹੀਦਾ। First of all, king just going on confusion. ਪਹਿਲਾਂ ਤਾਂ ਰਾਜਾ ਦੁਬਿਧਾ ਵਿੱਚ ਪਿਆ ਰਿਹਾ, But anyhow, they are exalting the king. ਪਰ ਕਿਸੇ ਵੀ ਤਰ੍ਹਾਂ ਉਹ ਰਾਜੇ ਨੂੰ ਉੱਚਾ ਚੁੱਕਦੇ ਰਹੇ। He made an order. ਉਸਨੇ ਇੱਕ ਫਰਮਾਨ ਜਾਰੀ ਕੀਤਾ, No one should worship except the king. ਕੋਈ ਵੀ ਰਾਜੇ ਤੋਂ ਸਿਵਾ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਜਾਂ ਉਪਾਸਨਾ ਨਹੀਂ ਕਰਨਾ ਚਾਹੀਦਾ। The same thing going to happen in the Antichrist. ਆ ਤੇ ਇਹੀ ਕੁਝ ਮਸੀਹ ਵਿਰੋਧੀ ਦੇ ਸਮੇਂ ਵਿੱਚ ਹੋਏਗਾ। Who was sat over here, if you are not prepared for the coming of the Lord, this Antichrist you are going to meet. ਆ ਤੇ ਜਿੰਨੇ ਵੀ ਇੱਥੇ ਬੈਠੇ ਹੋਏ ਹਨ, ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਨਾ ਹੋਏ ਤਾਂ ਤੁਹਾਨੂੰ ਮਸੀਹ ਵਿਰੋਧੀ ਦੇ ਨਾਲ ਮੁਲਾਕਾਤ ਕਰਨੀ ਪਏਗੀ ਤੇ ਉਸ ਦੀ ਉਪਾਸਨਾ ਕਰਨੀ ਪਏਗੀ। Now also, in the time of the corona also, in the time of so many times, stop the worship in the churches. ਹੁਣ ਵੀ ਅਤੇ ਕਰੋਨਾ ਦੇ ਸਮੇਂ ਵਿੱਚ ਵੀ ਅਤੇ ਹੋਰ ਵੀ ਕਈ ਸਮਿਆਂ ਦੇ ਵਿੱਚ ਉਹ ਪਰਮੇਸ਼ਰ ਦੀ ਉਪਾਸਨਾ ਕਰਨੀ ਬੰਦ ਕਰ ਦੇਣਗੇ। The same manner we are seeing in the Nebuchadnezzar time also. ਆ ਤੇ ਇਹੀ ਕੁਝ ਅਸੀਂ ਰਾਜਾ ਨਬੂਕਦਨੇਸਰ ਦੇ ਸਮੇਂ ਵਿੱਚ ਵੀ ਦੇਖਿਆ। But this king time also it's happened. ਆ ਤੇ ਇਹ ਇਸ ਰਾਜੇ ਦੇ ਸਮੇਂ ਦੌਰਾਨ ਵੀ ਹੋਇਆ। The order came out. ਫਰਮਾਨ ਜਾਰੀ ਕੀਤਾ ਗਿਆ, But Daniel never cared about that order. ਪਰ ਦਾਨੀਏਲ ਨੇ ਉਸ ਫਰਮਾਨ ਦੀ ਕੋਈ ਪਰਵਾਹ ਨਹੀਂ ਕੀਤੀ। Altogether they take the order and from king not to worship the other gods. ਸਾਰਿਆਂ ਨੇ ਮਿਲ ਕੇ ਰਾਜੇ ਨੂੰ ਕਿਹਾ ਕਿ ਫਰਮਾਨ ਜਾਰੀ ਕੀਤਾ ਜਾਏ ਕਿ ਕੋਈ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੇ। But Daniel as usually went to his house to pray thrice in a day. ਪਰ ਦਾਨੀਏਲ ਹਮੇਸ਼ਾ ਦੀ ਤਰ੍ਹਾਂ ਆਪਣੇ ਘਰ ਦੇ ਵਿੱਚ 3 ਵਾਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ ਗਿਆ। Because of the disobeyed, ਆ ਤੇ ਉਸ ਦੇ ਵੱਲੋਂ ਅਣਆਗਿਆਕਾਰੀ ਕੀਤੇ ਜਾਣ ਕਰਕੇ Daniel disobeyed the order, ਦਾਨੀਏਲ ਨੇ ਫਰਮਾਨ ਦੀ ਅਣਆਗਿਆਕਾਰੀ ਕੀਤੀ, the king's order. ਰਾਜੇ ਦੇ ਫਰਮਾਨ ਦੀ ਅਣਆਗਿਆਕਾਰੀ ਕੀਤੀ। Immediately people came and catch the Daniel ਤੁਰੰਤ ਲੋਕਾਂ ਨੇ ਆ ਕੇ ਦਾਨੀਏਲ ਨੂੰ ਪਕੜ ਲਿਆ and throw into the den of lion. ਆ ਤੇ ਉਸ ਨੂੰ ਸ਼ੇਰਾਂ ਦੇ ਕੁਰੇ ਵਿੱਚ ਸੁੱਟਿਆ। Like that he thrown into the den of lion. ਇਸ ਤਰ੍ਹਾਂ ਉਹ ਸ਼ੇਰਾਂ ਦੇ ਕੁਰੇ ਵਿੱਚ ਸੁੱਟਿਆ ਗਿਆ। Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, but lions unable to eat the flesh of the Daniel. ਪਰ ਸ਼ੇਰ ਦਾਨੀਏਲ ਦੇ ਮਾंस ਨੂੰ ਖਾ ਨਹੀਂ ਸਕੇ। Why? ਕਿਉਂ? Because you have the excellent spirit of God and power of God. ਕਿਉਂਕਿ ਉਸ ਦੇ ਅੰਦਰ ਦੇਵਤਿਆਂ ਦਾ ਉੱਤਮ ਆਤਮਾ ਤੇ ਪਰਮੇਸ਼ਰ ਦੀ ਸਮਰੱਥਾ ਸੀ। He is a worshipper of God. ਉਹ ਪਰਮੇਸ਼ਰ ਦਾ ਉਪਾਸਕ ਸੀ। He is a beloved to God. ਉਹ ਪਰਮੇਸ਼ਰ ਦਾ ਅਤ ਪਿਆਰਾ ਸੀ। But not only that reason, ਪਰ ਕੇਵਲ ਇਸ ਕਰਕੇ ਹੀ ਨਹੀਂ, lion will eat when it will smell the flesh. ਆ ਤੇ ਸ਼ੇਰ ਉਸ ਸਮੇਂ ਮਾंस ਨੂੰ ਖਾਂਦੇ ਹਨ ਜਦ ਉਹਨਾਂ ਨੂੰ ਮਾंस ਦੀ ਖੁਸ਼ਬੂ ਆਉਂਦੀ ਹੈ। Daniel, when he throw into the den, that time Daniel not having the smell of the flesh in his body. ਜਦ ਦਾਨੀਏਲ ਨੂੰ ਸ਼ੇਰਾਂ ਦੇ ਕੁਰੇ ਵਿੱਚ ਸੁੱਟਿਆ ਗਿਆ ਤਾਂ ਦਾਨੀਏਲ ਦੇ ਅੰਦਰ ਮਾंस ਜਾਂ ਸਰੀਰ ਦੀ ਕੋਈ ਬਦਬੂ ਜਾਂ ਖੁਸ਼ਬੂ ਨਹੀਂ ਸੀ। Lion want flesh only. ਆ ਤੇ ਸ਼ੇਰਾਂ ਨੂੰ ਕੇਵਲ ਮਾंस ਚਾਹੀਦਾ ਹੈ। But Daniel not having that smell of flesh. ਪਰ ਦਾਨੀਏਲ ਦੇ ਅੰਦਰ ਸਰੀਰ ਜਾਂ ਮਾंस ਦੀ ਕੋਈ ਸਮੈਲ ਨਹੀਂ ਸੀ। That's why all the lions will shut their mouth. ਇਸ ਕਰਕੇ ਸਾਰੇ ਸ਼ੇਰਾਂ ਨੇ ਆਪਣੇ ਮੂੰਹ ਬੰਦ ਰੱਖੇ। What it shows, ਇਹ ਕਿਸ ਗੱਲ ਨੂੰ ਦਰਸਾਉਂਦਾ ਹੈ? in our life we should not be reveal the fleshly things to the devil.
ਸਾਨੂੰ ਆਪਣੇ ਜੀਵਨ ਦੇ ਵਿੱਚ ਸ਼ੈਤਾਨ ਦੇ ਅੱਗੇ ਸਰੀਰਕ ਕੰਮਾਂ ਨੂੰ ਨਹੀਂ ਪ੍ਰਗਟਾਉਣਾ ਚਾਹੀਦਾ। Devil will come and see you whether you are living holy life or not. ਸ਼ੈਤਾਨ ਆ ਕੇ ਤੁਹਾਨੂੰ ਦੇਖੇਗਾ ਕਿ ਤੁਸੀਂ ਪਵਿੱਤਰ ਜੀਵਨ ਬਿਤਾ ਰਹੇ ਹੋ ਜਾਂ ਨਹੀਂ। Are you having any fleshly things in your life? ਕੀ ਤੁਹਾਡੇ ਜੀਵਨ ਦੇ ਵਿੱਚ ਸਰੀਰਕ ਕੰਮ ਹਨ? Like a devour lion, it will come unto you and want to devour you. ਆ ਤੇ ਨਿਗਲਣ ਵਾਲੇ ਸ਼ੇਰ ਦੀ ਤਰ੍ਹਾਂ ਤੁਹਾਡੇ ਕੋਲ ਤੁਹਾਨੂੰ ਨਿਗਲਣ ਦੇ ਲਈ ਆਏਗਾ। But these lions are able to devour the Daniel. ਪਰ ਇਹ ਸ਼ੇਰ ਦਾਨੀਏਲ ਨੂੰ ਨਿਗਲ ਨਹੀਂ ਸਕੇ। In short, ਸੰਖੇਪ ਵਿੱਚ king came early in the morning. ਰਾਜਾ ਸਵੇਰੇ ਤੜਕੇ ਦਾਨੀਏਲ ਦੇ ਉਹ ਸ਼ੇਰਾਂ ਦੇ ਘੁਰੇ ਕੋਲ ਆਇਆ। And when he came to the den of the lion, ਜਦੋਂ ਉਹ ਘੁਰੇ ਦੇ ਮੁੱਢ ਦਾਨੀਏਲ ਕੋਲ ਜਾ ਪੁੱਜਾ with a lamentation, ਤਾਂ ਚਿੰਤਾ ਦੀ ਆਵਾਜ਼ ਨਾਲ terrible voice unto the Daniel. ਆ ਤੇ ਚਿੰਤਾ ਦੀ ਆਵਾਜ਼ ਨਾਲ ਦਾਨੀਏਲ ਨੂੰ ਪੁਕਾਰ ਕੇ ਕਿਹਾ। Lamentable voice unto Daniel. ਤਾਂ ਉਸਨੇ ਚਿੰਤਾ ਤੇ ਵਿਰਲਾਪ ਦੀ ਆਵਾਜ਼ ਦੇ ਨਾਲ ਦਾਨੀਏਲ ਨੂੰ ਪੁਕਾਰਿਆ। Oh Daniel, ਹੇ ਦਾਨੀਏਲ, servant of the living God, ਜਿਉਂਦੇ ਪਰਮੇਸ਼ਰ ਦੇ ਉਪਾਸਕ, is thy God whom thou serving continually ਕੀ ਤੇਰਾ ਪਰਮੇਸ਼ਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ, able to deliver thee from the lions? ਤੈਨੂੰ ਸ਼ੇਰਾਂ ਤੋਂ ਛੁਡਾਉਣ ਦੇ ਯੋਗ ਹੋਇਆ? This king confessing that. ਆ ਤੇ ਇਹ ਰਾਜਾ ਖੁਦ ਇਕਰਾਰ ਕਰ ਰਿਹਾ ਹੈ। Daniel, God is a living God. ਦਾਨੀਏਲ ਦਾ ਪਰਮੇਸ਼ਰ ਜਿੰਦਾ ਪਰਮੇਸ਼ਰ ਹੈ। Daniel, God is a living God. ਦਾਨੀਏਲ ਦਾ ਪਰਮੇਸ਼ਰ ਜਿੰਦਾ ਪਰਮੇਸ਼ਰ ਹੈ। And immediately Daniel told, yes, king. Daniel 6 chapter 25 and 26. ਦਾਨੀਏਲ ਦੀ ਕਿਤਾਬ 6 ਅਧਿਆਇ 22 ਤੋਂ ਲੈ ਕੇ 25 ਵਚਨ 25 ਤੇ 26 ਵਚਨ। In the time of the Darius, it happened. ਆ ਤੇ ਦਾਰਾ ਰਾਜੇ ਦੇ ਸਮੇਂ ਵਿੱਚ ਇਹ ਕੁਝ ਹੋਇਆ। ਤਾਂ ਦਾਰਾ ਰਾਜਾ ਨੇ ਸਾਰਿਆਂ ਲੋਕਾਂ ਤੇ ਕੌਮਾਂ ਤੇ ਭਾਖਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਵਸਦੇ ਹੁਣ ਲਿਖਤ ਕਰ ਕੱਲੀ ਕਿ ਤੁਹਾਡੀ ਸੁਖ ਸੰਦ ਵਧੇ। ਮੈਂ ਇਹ ਆਗਿਆ ਕਰਦਾ ਹਾਂ ਭਈ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ਰ ਅੱਗੇ ਕੰਬਣ ਅਤੇ ਡਰਨ। ਉਹ ਜਿਉਂਦਾ ਪਰਮੇਸ਼ਰ ਹੈ ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟਲ ਹੈ ਅਤੇ ਉਸ ਦੀ ਪਾਤਸ਼ਾਹੀ ਆਖਿਰ ਤੱਕ ਰਹੇਗੀ। How the king Nebuchadnezzar confessed before God. ਕਿਸ ਤਰ੍ਹਾਂ ਦਾਰਾ ਰਾਜਾ ਨੇ ਪਰਮੇਸ਼ਰ ਦੇ ਅੱਗੇ ਇਕਰਾਰ ਕੀਤਾ, ਜਿਸ ਤਰ੍ਹਾਂ ਰਾਜਾ ਨਬੂਕਦਨੇਸਰ ਨੇ ਪਰਮੇਸ਼ਰ ਦੇ ਅੱਗੇ ਇਕਰਾਰ ਕੀਤਾ। Darius also confessed before God ਦਾਰਾ ਰਾਜਾ ਨੇ ਵੀ ਪਰਮੇਸ਼ਰ ਦੇ ਅੱਗੇ ਇਕਰਾਰ ਕੀਤਾ and wrote the letter to every kingdom. ਅਤੇ ਸਾਰੇ ਰਾਜ ਦੇ ਵਿੱਚ ਇਹ ਪੱਤਰ ਲਿਖਣ ਲਈ Daniel, Lord only, real living God. ਦਾਨੀਏਲ ਦਾ ਪਰਮੇਸ਼ਰ ਹੀ ਸੱਚਾ ਜਿੰਦਾ ਪਰਮੇਸ਼ਰ ਹੈ। All must worship that Daniel God only. ਸਾਰੇ ਲੋਕ ਦਾਨੀਏਲ ਦੇ ਪਰਮੇਸ਼ਰ ਦੀ ਉਪਾਸਨਾ ਕਰਨੇ ਚਾਹੀਦੇ ਹਨ। And he is a living God. ਤੇ ਉਹ ਜਿੰਦਾ ਪਰਮੇਸ਼ਰ ਹੈ He make a decree ਅਤੇ ਉਹ ਸਦਾ ਲਈ ਕਾਇਮ ਹੈ that every dominion of my kingdom men tremble and fear before the God of Daniel. ਭਾਈ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ਰ ਦੇ ਅੱਗੇ ਕੰਬਣ ਅਤੇ ਡਰਨ। What is he confess? ਉਸਨੇ ਕੀ ਇਕਰਾਰ ਕੀਤਾ? He is the living God ਉਹ ਜਿਉਂਦਾ ਪਰਮੇਸ਼ਰ ਹੈ and steadfast forever, ਅਤੇ ਸਦਾ ਲਈ ਕਾਇਮ ਹੈ। and his kingdom that which shall not be destroyed. ਉਹਦਾ ਰਾਜ ਜੋ ਕਦੇ ਵੀ ਨਾਸ਼ ਨਹੀਂ ਹੋਏਗਾ And his dominion shall be ever unto the end. ਅਤੇ ਉਸ ਦੀ ਪਾਤਸ਼ਾਹੀ ਆਖਿਰ ਤੱਕ ਰਹੇਗੀ। Once again you read. ਇੱਕ ਵਾਰ ਫਿਰ ਪੜਾਂਗੇ। ਮੈਂ ਇਹ ਆਗਿਆ ਕਰਦਾ ਹਾਂ ਵੀ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ਰ ਅੱਗੇ ਕੰਬਣ ਅਤੇ ਡਰਨ। ਉਹ ਜਿਉਂਦਾ ਪਰਮੇਸ਼ਰ ਹੈ ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟਲ ਹੈ ਅਤੇ ਉਹਦੀ ਪਾਤਸ਼ਾਹੀ ਆਖਰ ਤੱਕ ਰਹੇਗੀ। ਉਹ ਹੀ ਛਡਾਉਂਦਾ ਅਤੇ ਬਚਾਉਂਦਾ ਹੈ ਅਤੇ ਆਕਾਸ਼ ਔਰ ਧਰਤੀ ਵਿੱਚ ਉਹ ਹੀ ਨਿਸ਼ਾਨ ਔਰ ਚੰਬੇ ਕਰਦਾ ਹੈ। I make a decree that in every dominion of my kingdom men tremble and fear before the God of Daniel, for he is a living God and steadfast forever, and his kingdom that which shall not be destroyed, and his dominion shall be even unto the end. He delivereth and rescueth, and he worketh signs and wonders in heaven and in earth, who had delivered Daniel from the power of the lions. So this is a decree and confession of the Darius. ਇਹ ਦਾਰਾ ਰਾਜਾ ਦੇ ਵੱਲੋਂ ਐਲਾਨ ਸੀ ਅਤੇ ਉਸ ਦਾ ਨਿਆਂ ਸੀ। He is a living God
is an everlasting God. His dominion will not be end. ਉਹ ਜਿਉਂਦਾ ਪਰਮੇਸ਼ਰ ਹੈ ਅਤੇ ਸਦਾ ਲਈ ਕਾਇਮ ਹੈ ਤੇ ਉਸ ਦਾ ਰਾਜ ਅਟਲ ਹੈ। Gentile kings are confessing before the Almighty God. ਗੈਰ ਕੌਮ ਦਾ ਰਾਜਾ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਅੱਗੇ ਇਕਰਾਰ ਕਰਦਾ ਹੈ। That dominion, that everlasting kingdom only, Lord Jesus Christ's kingdom. ਅਤੇ ਉਹ ਰਾਜ ਪ੍ਰਭੂ ਯਿਸੂ ਮਸੀਹ ਦਾ ਰਾਜ ਸਦੀਪਕ ਰਾਜ ਹੈ। God calling you to that everlasting kingdom. ਪਰਮੇਸ਼ਰ ਤੁਹਾਨੂੰ ਉਸ ਸਦੀਪਕ ਰਾਜ ਦੇ ਲਈ ਸੱਦ ਰਿਹਾ ਹੈ। All kingdoms will fall down, but everlasting kingdom will be raised and it will be established. ਸਾਰੇ ਸਾਮਰਾਜ ਗਿਰ ਜਾਣਗੇ ਪਰ ਪ੍ਰਭੂ ਯਿਸੂ ਮਸੀਹ ਦਾ ਰਾਜ ਸਦੀਪਕ ਰਾਜ ਸਦਾ ਲਈ ਕਾਇਮ ਰਹੇਗਾ। Dear child of God, we must understand our Almighty God. Even the Gentile kings who ruling the whole world, they confessing that God is a living God. ਪਰਮੇਸ਼ਰ ਦੇ ਪਿਆਰੇ ਬੱਚੇ, ਸਾਨੂੰ ਸਾਡੇ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਜਾਣ ਲੈਣਾ ਚਾਹੀਦਾ ਹੈ। ਇੱਥੋਂ ਤੱਕ ਕਿ ਗੈਰ ਕੌਮ ਦੇ ਰਾਜੇ ਜਿਹੜੇ ਸੰਸਾਰ ਦੇ ਉੱਤੇ ਰਾਜ ਕਰਦੇ ਸਨ, ਉਹ ਇਸ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਇਕਰਾਰ ਕਰਦੇ ਹਨ। As a believer and worker, can you confess like this? ਕੀ ਇੱਕ ਸੇਵਕ ਅਤੇ ਵਿਸ਼ਵਾਸੀ ਦੇ ਰੂਪ ਵਿੱਚ ਤੁਸੀਂ ਇਸ ਤਰ੍ਹਾਂ ਇਕਰਾਰ ਕਰ ਸਕਦੇ ਹੋ? Are you having the boldness to confess? ਕੀ ਤੁਹਾਡੇ ਅੰਦਰ ਇਸ ਤਰ੍ਹਾਂ ਇਕਰਾਰ ਕਰਨ ਦੀ ਦਲੇਰੀ ਹੈ? Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, that is the everlasting kingdom. ਉਹ ਸਦੀਪਕ ਰਾਜ ਹੈ। And I will tell few words and finish. ਮੈਂ ਕੁਝ ਸ਼ਬਦ ਕਹਿ ਕੇ ਸਮਾਪਤ ਕਰਾਂਗਾ। What is the third beast? ਤੀਜਾ ਦਰਿੰਦਾ ਕੀ ਹੈ? In King Nebuchadnezzar saw, that is a brass from hip to thighs. ਅਤੇ ਜੋ ਰਾਜਾ ਨਬੂਕਦਨੇਸਰ ਨੇ ਦੇਖਿਆ, ਜੋ ਕਿ ਕਮਰ ਤੋਂ ਥੱਲੇ ਪੱਟਾਂ ਤੀਕ ਹੈ, ਉਹ ਉਸਦੇ ਤਾਂਬੇ ਦਾ ਰਾਜ ਦੇਖਿਆ। That is a Greek kingdom. ਉਹ ਯੂਨਾਨ ਸਾਮਰਾਜ ਹੈ। Leopard. ਚੀਤਾ, That we saw that. ਉਹ ਜੋ ਦਾਨੀਏਲ ਦੇ ਦੁਆਰਾ ਦੇਖਿਆ ਗਿਆ। Read the Daniel 7 chapter 6th verse. ਦਾਨੀਏਲ ਦੀ ਕਿਤਾਬ 7 ਅਧਿਆਇ 6 ਵਚਨ ਪੜਾਂਗੇ। ਉਹਦੇ ਪਿੱਛੋਂ ਮੈਂ ਡਿੱਠਾ ਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਰਗਾ ਉੱਠਿਆ, ਜਿਹਦੀ ਕੰਡ ਉੱਤੇ ਪੰਛੀ ਜਿਹੇ 4 ਖੰਭ ਸਨ ਅਤੇ ਉਸ ਦਰਿੰਦੇ ਦੇ 4 ਸਿਰ ਸਨ ਅਤੇ ਉਹਨੂੰ ਰਾਜ ਦਿੱਤਾ ਗਿਆ। After this I beheld, lo, another like a leopard, which had upon the back of it 4 wings of a fall. The beast had also 4 heads, and dominion was given to it. Here we are seeing the kingdom of the leopard, otherwise Greek kingdom. ਇੱਥੇ ਅਸੀਂ ਯੂਨਾਨ Leopard kingdom, otherwise Greek kingdom. ਇੱਥੇ ਅਸੀਂ ਯੂਨਾਨ ਸਾਮਰਾਜ ਨਹੀਂ ਤਾਂ ਚਿੱਤੇ ਵਰਗਾ ਜੋ ਰਾਜ ਹੈ ਉਸ ਨੂੰ ਦੇਖਦੇ ਹਾਂ। There we are seeing the 4 heads. ਉਹ ਤੇ ਅਸੀਂ 4 ਸਿਰਾਂ ਨੂੰ ਦੇਖਦੇ ਹਾਂ। That is the 4 unclean spirits. ਇਹ 4 ਅਸ਼ੁੱਧ ਆਤਮਾਵਾਂ ਹਨ। One word I can say that the whole kingdom ruled by the evil spirits only. ਅਤੇ ਇੱਕ ਸ਼ਬਦ ਦੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਸਾਰਾ ਸਾਮਰਾਜ ਦੁਸ਼ਟ ਆਤਮਾ ਦੇ ਦੁਆਰਾ ਰਾਜ ਕੀਤਾ ਜਾਂਦਾ ਹੈ। In the world, so many states and so many kingdoms, they are ruled by the evil spirits only. ਸੰਸਾਰ ਦੇ ਵਿੱਚ ਬਹੁਤ ਸਾਰੇ ਰਾਜ, ਬਹੁਤ ਸਾਰੇ ਦੇਸ਼ਾਂ ਤੇ ਪ੍ਰਾਂਤਾਂ ਦੇ ਉੱਤੇ ਦੁਸ਼ਟ ਆਤਮਾਵਾਂ ਦੇ ਵੱਲੋਂ ਰਾਜ ਕੀਤਾ ਜਾਂਦਾ ਹੈ। The witchcraft power they are giving to them and they are ruling. ਉਹਨਾਂ ਨੂੰ ਜਾਦੂ ਟੂਣੇ ਦੀ ਸ਼ਕਤੀ ਦਿੱਤੀ ਜਾਂਦੀ ਹੈ ਤੇ ਉਹ ਉਸ ਦੇ ਨਾਲ ਰਾਜ ਕਰਦੇ ਹਨ। That happening to so many countries in the world. ਉਹ ਸੰਸਾਰ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੁੰਦਾ ਹੈ। Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, 4 heads shows the unclean spirits. 4 ਸਿਰ ਅਸ਼ੁੱਧ ਆਤਮਾਵਾਂ ਨੂੰ ਦਿਖਾਉਂਦੇ ਹਨ। And 4 wings shows, 4 ਖੰਭ ਜੋ ਹਨ, that is the 4 kingdoms of minor kingdoms. 4 ਛੋਟੇ ਰਾਜਾਂ ਨੂੰ ਦਿਖਾਉਂਦੇ ਹਨ। ਥ੍ਰੇਸ, Macedonia, ਮਕਦੂਨੀਆ, Syria, ਸੀਰੀਆ, Egypt. ਮਿਸਰ। 4 wings shows 4 kingdoms. 4 ਖੰਭ ਜੋ ਹਨ 4 ਰਾਜਾਂ ਨੂੰ ਦਰਸਾਉਂਦੇ ਹਨ। BC 332 to 146. 332 ਈਸਾ ਪੂਰਵ ਤੋਂ ਲੈ ਕੇ 146 ਈਸਾ ਪੂਰਵ ਤੱਕ In the time of Greek, they are ruled. ਉਹਨਾਂ ਨੇ ਯੂਨਾਨ ਸਾਮਰਾਜ ਦੇ ਦੌਰਾਨ ਰਾਜ ਕੀਤਾ। Only the great Alexander, ਕੇਵਲ ਮਹਾਨ ਸਿਕੰਦਰ, he conquered the whole world. ਉਸ ਨੇ ਸਾਰੇ ਸੰਸਾਰ ਨੂੰ ਜਿੱਤਿਆ। Among the 4 horns, 4 ਸਿੰਘਾਂ ਦੇ ਵਿੱਚੋਂ 1 horn broken. ਇੱਕ ਸਿੰਘ ਟੁੱਟ ਗਿਆ। That is Alexander, great Alexander. ਅਤੇ ਉਹ ਮਹਾਨ ਸਿਕੰਦਰ ਹੈ। He conquered the whole world. ਉਸ ਨੇ ਸਾਰੇ ਸੰਸਾਰ ਨੂੰ ਜਿੱਤਿਆ। But he is a Christian only. ਪਰ ਉਹ ਇੱਕ ਮਸੀਹੀ ਸੀ। But God gave
conquer to him. ਪਰ ਪਰਮੇਸ਼ਰ ਨੇ ਉਸ ਨੂੰ ਸਾਰੇ ਸੰਸਾਰ ਨੂੰ ਜਿੱਤਣ ਦੀ ਸਮਰੱਥਾ ਬਖਸ਼ੀ। He wants to conquer even the India also. ਉਸ ਨੇ ਇੱਥੋਂ ਤੱਕ ਕਿ ਭਾਰਤ ਨੂੰ ਵੀ ਜਿੱਤਣਾ ਚਾਹਿਆ। He entered India also. ਉਹ ਭਾਰਤ ਦੇ ਵਿੱਚ ਵੀ ਦਾਖਲ ਹੋਇਆ, But he wants to conquer the Israel. ਪਰ ਉਹ ਇਸਰਾਇਲ ਨੂੰ ਜਿੱਤਣਾ ਚਾਹੁੰਦਾ ਸੀ। But God not allowed him. ਪਰ ਪਰਮੇਸ਼ਰ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ। After that he fell. ਉਸ ਤੋਂ ਬਾਅਦ ਉਹ ਗਿਰ ਗਿਆ He fell in the war. Otherwise he fell in the sickness. ਅਤੇ ਉਹ ਬਿਮਾਰੀ ਦੇ ਵਿੱਚ ਗਿਰ ਗਿਆ। When he came back to the home, ਉਹ ਜਦ ਵਾਪਿਸ ਘਰ ਆਇਆ, he was a bedridden. ਅ- Bedridden. ਉਹ ਪੂਰੀ ਤਰ੍ਹਾਂ ਬਿਸਤਰ ਤੇ ਲੇਟਿਆ ਹੋਇਆ ਸੀ। And he want to overcome the Israel, but God not allowed that because it is a God's country. ਪਰ ਉਹ ਇਸਰਾਇਲ ਨੂੰ ਜਿੱਤਣਾ ਚਾਹੁੰਦਾ ਸੀ, ਪਰ ਪਰਮੇਸ਼ਰ ਨੇ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਪਰਮੇਸ਼ਰ ਦਾ ਦੇਸ਼ ਸੀ। He started the war. ਉਸ ਨੇ ਯੁੱਧ ਸ਼ੁਰੂ ਕੀਤਾ। That means he fighting started is the age of the 26. ਉਸ ਨੇ 26 ਸਾਲ ਦੀ ਉਮਰ ਦੇ ਵਿੱਚ ਯੁੱਧ ਕਰਕੇ ਸੰਸਾਰ ਨੂੰ ਜਿੱਤਣ ਲਈ ਨਿਕਲਿਆ। Up to 33 years he going on battling and war and conquer the whole world. 33 ਸਾਲ ਦੀ ਉਮਰ ਤੱਕ ਉਹ ਲਗਾਤਾਰ ਯੁੱਧ ਲੜਦਾ ਰਿਹਾ ਤੇ ਸਾਰੇ ਸੰਸਾਰ ਨੂੰ ਜਿੱਤਦਾ ਰਿਹਾ। Daniel 11 chapter 4th verse. ਦਾਨੀਏਲ ਦੀ ਕਿਤਾਬ 11 ਅਧਿਆਇ 4 ਵਚਨ। And when he shall stand up, his kingdom shall be broken, and shall be divided toward the four winds of heaven, and not to this posterity, nor according to his dominions which he ruled, for the kingdom shall be plucked up, even for other beside those. ਅਤੇ ਜਦੋਂ ਉੱਠੇਗਾ ਤਦ ਉਹਦਾ ਰਾਜ ਟੁੱਟ ਪਵੇਗਾ ਅਤੇ ਆਕਾਸ਼ ਦੀਆਂ ਚੌਹਾਂ ਪੌਣਾਂ ਵੱਲ ਵੰਡਿਆ ਜਾਵੇਗਾ, ਪਰ ਉਸ ਦੇ ਵੰਸ਼ੀਆਂ ਕੋਲ ਨਾ ਜਾਵੇਗਾ ਅਤੇ ਉਸ ਦੀ ਸਮਰੱਥਾ ਦੇ ਸਮਾਨ ਜਿਹਦੇ ਨਾਲ ਉਹ ਰਾਜ ਕਰਦਾ ਸੀ ਵੀ ਨਾ ਹੋਵੇਗਾ, ਕਿਉਂ ਜੋ ਉਹਦਾ ਰਾਜ ਮੁੱਢੋਂ ਪੁੱਟਿਆ ਜਾਏਗਾ ਅਤੇ ਜੋ ਉਸ ਦੀ ਵੱਖਰੇ ਹਨ ਉਹ ਉਹਨਾਂ ਲਈ ਹੋਵੇਗਾ। Daniel 8 chapter 8th verse. ਦਾਨੀਏਲ ਦੀ ਕਿਤਾਬ 8 ਅਧਿਆਇ 8 ਵਚਨ। ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ। Bakriya ne. Tell again. Read. ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹਦਾ ਵੱਡਾ ਸਿੰਘ ਭੱਜ ਗਿਆ ਅਤੇ ਉਹਦੇ ਥਾਂ 4 ਅਚਰਜ ਸਿੰਘ ਆਕਾਸ਼ ਦੀਆਂ ਚੌਹਾਂ ਪੌਣਾਂ ਵੱਲ ਨਿਕਲੇ। Therefore the he goat waxed very great, and when he was strong, the great horn was broken, and for it came up 4 notable ones toward the 4 winds of heaven. He is the great Alexander. ਇਹ ਮਹਾਨ ਸਿਕੰਦਰ ਹੈ That goat called the Alexander. ਅਤੇ ਇਹ ਬੱਕਰਾ ਜੋ ਹੈ ਮਹਾਨ ਸਿਕੰਦਰ ਹੈ। One is a great horn broken. ਅਤੇ ਉਸ ਦਾ ਵੱਡਾ ਸਿੰਘ ਤੋੜਿਆ ਗਿਆ। So he fall in sick. ਉਹ ਬਿਮਾਰ ਪੈ ਗਿਆ। He came upon his house, came to house and slept. ਉਹ ਘਰ ਆਇਆ ਤੇ ਸੌਂ ਗਿਆ। Before he died, he told to his servant, ਉਸ ਨੇ ਮਰਨ ਤੋਂ ਪਹਿਲਾਂ ਆਪਣੇ ਨੌਕਰ ਨੂੰ ਕਿਹਾ, when I die, ਜਦ ਮੈਂ ਮਰ ਜਾਵਾਂਗਾ put my body in the coffin. ਮੇਰੇ ਸਰੀਰ ਨੂੰ ਤਾਬੂਤ ਵਿੱਚ ਰੱਖਣਾ। Put my body in the coffin. ਮੇਰੇ ਸਰੀਰ ਨੂੰ ਤਾਬੂਤ ਵਿੱਚ ਰੱਖਣਾ। But you close the coffin that my 2 hands must be outside of the coffin. ਅਤੇ ਮੇਰੇ ਤਾਬੂਤ ਨੂੰ ਬੰਦ ਕਰਨ ਦੇ ਸਮੇਂ ਮੇਰੇ ਦੋਵੇਂ ਹੱਥ ਉਸ ਤੋਂ ਬਾਹਰ ਰੱਖਣਾ। 2 hands must be outside, then you close that. ਅਤੇ ਮੇਰੇ ਤਾਬੂਤ ਨੂੰ ਬੰਦ ਕਰਨ ਦੇ ਸਮੇਂ ਮੇਰੇ ਦੋਵੇਂ ਹੱਥ ਉਸ ਤੋਂ ਬਾਹਰ ਰੱਖਣਾ। What he told to the servant, ਉਸ ਨੇ ਆਪਣੇ ਦਾਸ ਨੂੰ ਕੀ ਕਿਹਾ? I conquer the whole world. ਮੈਂ ਸਾਰੇ ਸੰਸਾਰ ਨੂੰ ਜਿੱਤਿਆ। I conquer the whole world. ਮੈਂ ਸਾਰੇ ਸੰਸਾਰ ਨੂੰ ਜਿੱਤਿਆ। But I am not taking anything in my life. He told that I am not taking anything in my life. ਪਰ ਉਸਨੇ ਕਿਹਾ ਕਿ ਮੈਂ ਵਾਪਸ ਜਾਣ ਦੇ ਸਮੇਂ ਇਸ ਸੰਸਾਰ ਚੋਂ ਕੁਝ ਵੀ ਲੈ ਕੇ ਨਹੀਂ ਜਾ ਰਿਹਾ। I conquered the whole world. ਮੈਂ ਸਾਰੇ ਸੰਸਾਰ ਨੂੰ ਜਿੱਤਿਆ। But I can't take anything from the world. ਪਰ ਮੈਂ ਸੰਸਾਰ ਵਿੱਚੋਂ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਜਾ ਰਿਹਾ। That only Lord Jesus Christ told. ਇਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ। If you gain whole world, if you lose your own soul, what is the profit for you?
ਜੇਕਰ ਕੋਈ ਸਾਰੇ ਸੰਸਾਰ ਨੂੰ ਜਿੱਤ ਲਵੇ ਪਰ ਆਪਣੀ ਆਤਮਾ ਦਾ ਨਾਸ਼ ਕਰੇ ਤਾਂ ਉਸ ਨੂੰ ਕੀ ਲਾਭ ਹੋਵੇਗਾ? What a great Alexander confession. ਮਹਾਨ ਸਿਕੰਦਰ ਦਾ ਕੀ ਇਕਰਾਰ ਸੀ? I conquered the whole world. ਮੈਂ ਸਾਰੇ ਸੰਸਾਰ ਨੂੰ ਜਿੱਤਿਆ, But I am not taking anything from the world. ਪਰ ਮੈਂ ਸੰਸਾਰ ਵਿੱਚੋਂ ਕੁਝ ਵੀ ਲੈ ਕੇ ਨਹੀਂ ਜਾ ਰਿਹਾ। So while procession going on the graveyard, that all people understood that. ਜਦ ਉਸ ਦੀ ਅਰਥੀ ਨੂੰ ਕਬਰਿਸਤਾਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਸਾਰੇ ਲੋਕ ਇਹ ਸਮਝ ਗਏ। Dear child of God, we are living in the world only short time. It may be 70, if the strength is there, 80. ਪਰਮੇਸ਼ਰ ਦੇ ਪਿਆਰੇ ਬੱਚਿਓ, ਅਸੀਂ ਸੰਸਾਰ ਦੇ ਵਿੱਚ ਥੋੜੇ ਸਮੇਂ ਦੇ ਲਈ ਰਹਿੰਦੇ ਹਾਂ। ਇਹ 70 ਸਾਲ ਹੋਏਗੀ, ਨਹੀਂ ਤਾਂ ਜੇਕਰ ਸਾਥ ਹੋਵੇ ਤਾਂ 80 ਸਾਲ। What you are going to take from the world? ਤੁਸੀਂ ਇਸ ਸੰਸਾਰ ਵਿੱਚੋਂ ਕੀ ਲੈ ਕੇ ਜਾਓਗੇ? You gain so many things in the world. ਤੁਸੀਂ ਇਸ ਸੰਸਾਰ ਦੇ ਵਿੱਚ ਬਹੁਤ ਕੁਝ ਕਮਾਇਆ। So many buildings, so many bank balances, so many cars, and so many land. ਤੁਸੀਂ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ, ਬਹੁਤ ਸਾਰੀ ਜ਼ਮੀਨ ਖਰੀਦੀ, ਬਹੁਤ ਸਾਰੇ ਬੈਂਕ ਬਚਤ ਖਾਤੇ ਜਮ੍ਹਾਂ ਕਰਵਾਏ, ਬਹੁਤ ਸਾਰੀਆਂ ਕਾਰਾਂ ਖਰੀਦੀਆਂ। When you die, what you are going to take? ਜਦ ਤੁਸੀਂ ਮਰੋਗੇ ਤਾਂ ਆਪਣੇ ਨਾਲ ਕੀ ਲੈ ਕੇ ਜਾਓਗੇ? That's why great Alexander confession and he died. ਇਸ ਕਰਕੇ ਮਹਾਨ ਸਿਕੰਦਰ ਨੇ ਇਕਰਾਰ ਕੀਤਾ ਤੇ ਮਰ ਗਿਆ। Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, in the end of this message, ਇਸ ਸੰਦੇਸ਼ ਦੇ ਅੰਤ ਵਿੱਚ we are not going to take anything from the world. ਅਸੀਂ ਸੰਸਾਰ ਵਿੱਚੋਂ ਕੁਝ ਵੀ ਲੈ ਕੇ ਨਹੀਂ ਜਾਵਾਂਗੇ। Only we have to establish our life in the kingdom of the dear Son of the Lord Jesus Christ. ਕੇਵਲ ਪ੍ਰਭੂ ਯੀਸ਼ੂ ਮਸੀਹ ਪਰਮੇਸ਼ਰ ਦੇ ਪਿਆਰੇ ਪੁੱਤਰ ਦੇ ਰਾਜ ਵਿੱਚ ਆਪਣਾ ਜੀਵਨ ਸਥਾਪਿਤ ਕਰਨਾ ਹੈ। Then only you can go to the everlasting kingdom in heavenly place. ਤਾਂ ਤੁਸੀਂ ਸਵਰਗੀ ਥਾਵਾਂ ਤੇ ਦੀਪਕ ਰਾਜ ਵਿੱਚ ਜਾ ਸਕਦੇ ਹੋ। Before you die, you gain that place of the everlasting kingdom. ਇਸ ਤੋਂ ਪਹਿਲਾਂ ਕਿ ਤੁਸੀਂ ਮਰੋ, ਤੁਸੀਂ ਉਸ ਦੀਪਕ ਰਾਜ ਦੇ ਵਿੱਚ ਆਪਣੀ ਜਗ੍ਹਾ ਕਾਇਮ ਕਰੋ। Then only you can go and enjoy in the heavenly place. ਤਾਂ ਹੀ ਤੁਸੀਂ ਜਾ ਕੇ ਸਵਰਗੀ ਥਾਵਾਂ ਤੇ ਆਨੰਦ ਮਾਣ ਸਕਦੇ ਹੋ। Lord Jesus coming very soon. ਪ੍ਰਭੂ ਯੀਸ਼ੂ ਮਸੀਹ ਬਹੁਤ ਜਲਦੀ ਆ ਰਹੇ ਹਨ। Tomorrow I will tell about the stone ਕੱਲ ਮੈਂ ਇਸ ਪੱਥਰ ਦੇ ਬਾਰੇ ਦੱਸਾਂਗਾ and telling about the Antichrist. ਅਤੇ ਮਸੀਹ ਵਿਰੋਧੀ ਦੇ ਬਾਰੇ ਦੱਸਾਂਗਾ। Please come and hear this truth. ਕਿਰਪਾ ਕਰਕੇ ਆ ਕੇ ਇਸ